गुड मॉर्निंग एवरीवन। ਅੱਜ ਆਪਾਂ ਡਿਸਕਸ ਕਰਾਂਗੇ ਕ੍ਰੀਏਟਿਵ ਅਕਾਊਂਟਿੰਗ ਜੋ ਕਿ ਆਪਣਾ 3rd ਚੈਪਟਰ ਹੈ। ਤਾਂ ਕ੍ਰੀਏਟਿਵ ਅਕਾਊਂਟਿੰਗ ਵਿੰਡੋ ਡਰੈਸਿੰਗ ਆਰ ਇੰਟਰਲੇਟਡ। ਜੋ ਆਪਾਂ ਟਰਮ ਯੂਜ਼ ਕਰਦੇ ਹੁੰਦੇ ਹਾਂ ਵਿੰਡੋ ਡਰੈਸਿੰਗ ਅਤੇ ਜਿਹੜੀ ਕ੍ਰੀਏਟਿਵ ਅਕਾਊਂਟਿੰਗ ਹੈ ਇਹ ਦੋਨੋਂ ਇੰਟਰਲੇਟਡ ਨੇ। ਤਾਂ ਕ੍ਰੀਏਟਿਵ ਅਕਾਊਂਟਿੰਗ ਸਮਝਣ ਤੋਂ ਪਹਿਲਾਂ ਆਪਾਂ ਨੂੰ ਵਿੰਡੋ ਡਰੈਸਿੰਗ ਨੂੰ ਸਮਝਣਾ ਚਾਹੀਦਾ ਹੈ। ਤਾਂ ਵਿੰਡੋ ਡਰੈਸਿੰਗ ਆਫ ਅ ਕੰਪਨੀ ਇਜ਼ ਸ਼ੋਇੰਗ ਦੀ ਰਿਜ਼ਲਟ ਆਫ ਦੀ ਕੰਪਨੀ ਬੈਟਰ ਦੈਨ ਬਟ ਦੇ ਐਕਚੁਅਲੀ ਆਰ ਬਾਈ ਯੂਜ਼ ਆਫ ਸਰਟੇਨ ਅਨਡਿਜ਼ਾਇਰੇਬਲ ਅਕਾਊਂਟਿੰਗ ਟੈਕਨੀਕਸ। ਕਿ ਵਿੰਡੋ ਡਰੈਸਿੰਗ ਦਾ ਕੀ ਮਤਲਬ ਹੁੰਦਾ ਕਿ ਜੋ ਵੀ ਆਪਣੇ ਅਕਾਊਂਟਿੰਗ ਦੇ ਰਿਜ਼ਲਟਸ ਆਏ ਨੇ ਇੱਕ ਤਾਂ ਉਹ ਰੀਅਲ ਦੇ ਵਿੱਚ ਆਏ ਨੇ ਬਟ ਆਪਾਂ ਉਹਨਾਂ ਨੂੰ ਆਪਦੇ ਫੇਵਰ 'ਚ ਦਿਖਾਉਣਾ ਚਾਹੁੰਦੇ ਹਾਂ। ਯਾਨੀ ਕਿ ਉਹ ਰਿਜ਼ਲਟਸ ਨੂੰ ਕੀ ਕਰਤਾ ਆਪਾਂ ਨੇ ਚੇਂਜਿਸ ਕਰਤੇ ਉਸ ਰਿਜ਼ਲਟ ਦੇ ਵਿੱਚ ਜੋ ਐਕਚੁਅਲ ਦੇ ਵਿੱਚ ਸੀਗੇ ਬਟ ਆਪਾਂ ਉਹਨਾਂ ਨੂੰ ਹੁਣ ਹੋਰ ਵੇ ਨਾਲ ਸ਼ੋਅ ਕਰ ਰਹੇ ਹਾਂ ਜਿਵੇਂ ਆਪਾਂ ਉਹਨਾਂ ਨੂੰ ਸ਼ੋਅ ਕਰਨਾ ਚਾਹੁੰਦੇ ਹਾਂ ਆਪਦੇ ਫੇਵਰ ਦੇ ਵਿੱਚ। ਅਤੇ ਕਰਦੇ ਕਿਵੇਂ ਆਪਾਂ ਬਾਈ ਯੂਜ਼ ਆਫ ਸਰਟੇਨ ਅਨਡਿਜ਼ਾਇਰੇਬਲ ਅਕਾਊਂਟਿੰਗ ਟੈਕਨੀਕਸ। ਯਾਨੀ ਕਿ ਕੁਛ ਆਪਾਂ ਅਕਾਊਂਟਿੰਗਸ ਦੇ ਮੈਥਡ ਟੈਕਨੀਕਸ ਯੂਜ਼ ਕਰਦੇ ਹਾਂ ਜੋ ਕਿ ਅਨਡਿਜ਼ਾਇਰੇਬਲ ਹੁੰਦੀਆਂ ਤਾਂ ਉਹਨਾਂ ਨੂੰ ਯੂਜ਼ ਕਰਕੇ ਆਪਦੇ ਜੋ ਰਿਜ਼ਲਟ ਹੁੰਦੇ ਨੇ ਆਪਾਂ ਅਕਾਊਂਟਿੰਗ ਦੇ ਉਹ ਚੇਂਜਿਸ ਕਰ ਦਿੰਦੇ ਹਾਂ। ਅਤੇ ਵਿੰਡੋ ਡਰੈਸਿੰਗ ਦਾ ਓਬਜੈਕਟਿਵ ਕੀ ਹੁੰਦਾ ਤਾਂ ਵਿੰਡੋ ਡਰੈਸਿੰਗ ਦਾ ਓਬਜੈਕਟਿਵ ਹੁੰਦਾ ਕਿ ਜੋ ਵੀ ਆਪਣੀ ਕੰਪਨੀ ਦੀ ਫਾਈਨੈਂਸ਼ੀਅਲ ਪੋਜੀਸ਼ਨ ਹੈ ਉਹਨੂੰ ਫੇਵਰੇਬਲ ਵੇ ਨਾਲ ਸ਼ੋਅ ਕਰਨਾ। ਯਾਨੀ ਕਿ ਰੀਅਲ ਦੇ ਵਿੱਚ ਹੋਰ ਐਗਜ਼ਾਮਪਲ ਦੇਖੋ ਕਿ ਆਪਣੀ ਜਿਹੜੀ ਹੈਗੀ ਫਾਈਨੈਂਸ਼ੀਅਲ ਸਟੇਟਮੈਂਟ ਉਹ ਲੋਸ ਸ਼ੋਅ ਕਰ ਰਹੀ ਹੈ ਪਰ ਆਪਾਂ ਚਾਹੁੰਦੇ ਹਾਂ ਕਿ ਆਪਣੇ ਯੂਜ਼ਰਸ ਨੂੰ ਇਹ ਲੱਗੇ ਕਿ ਇਹ ਵਾਲੀ ਕੰਪਨੀ ਹੈ ਜਿਹੜੀ ਪ੍ਰੋਫਿਟ ਕਮਾ ਰਹੀ ਹੈ। ਤਾਂ ਉਹ ਕੰਪਨੀ ਕੀ ਕਰਦੀ ਹੈ ਵਿੰਡੋ ਡਰੈਸਿੰਗ ਕਰਦੀ ਹੈ ਅਨਡਿਜ਼ਾਇਰੇਬਲ ਅਕਾਊਂਟਿੰਗ ਟੈਕਨੀਕਸ ਨੂੰ ਯੂਜ਼ ਕਰਕੇ ਆਪਣਾ ਪ੍ਰੋਫਿਟ ਹੈ ਜਿਹੜਾ ਉਹ ਸ਼ੋਅ ਕਰ ਦਿੰਦੀ ਹੈ। ਅਤੇ ਹੁਣ ਫਿਰ ਜਿਹੜੀ ਆਪਾਂ ਉੱਪਰ ਗੱਲ ਕੀਤੀ ਕਿ ਯੂਜ਼ ਆਫ ਸਰਟੇਨ ਅਨਡਿਜ਼ਾਇਰੇਬਲ ਅਕਾਊਂਟਿੰਗ ਟੈਕਨੀਕਸ। ਤਾਂ ਕਿਹੜੀਆਂ ਟੈਕਨੀਕਸ ਯੂਜ਼ ਕੀਤੀਆਂ ਜਾਂਦੀਆਂ ਉਹਨਾਂ ਟੈਕਨੀਕਸ ਕਰਨ ਦੇ ਯੂਜ਼ ਨੂੰ ਹੀ ਆਪਾਂ ਕ੍ਰੀਏਟਿਵ ਅਕਾਊਂਟਿੰਗ ਕਹਿੰਦੇ ਹਾਂ। ਕਿ ਅਨਡਿਜ਼ਾਇਰੇਬਲ ਟੈਕਨੀਕਸ ਨੂੰ ਯੂਜ਼ ਕਰਨਾ ਤਾਂ ਕਿ ਆਪਣੇ ਜਿਹੜੇ ਹੈਗੇ ਅਕਾਊਂਟਿੰਗ ਸਟੇਟਮੈਂਟਸ ਫੇਵਰੇਬਲ ਜਿਹੜਾ ਹੈਗਾ ਗਾ ਰਿਜ਼ਲਟ ਸ਼ੋਅ ਕਰ ਸਕਣ ਤਾਂ ਉਹ ਯੂਜ਼ ਕੀਤੀਆਂ ਹੋਈਆਂ ਜਿਹੜੀਆਂ ਅਕਾਊਂਟਿੰਗ ਟੈਕਨੀਕਸ ਨੇ ਤਾਂ ਉਹਨਾਂ ਨੂੰ ਯੂਜ਼ ਕਰਨ ਨੂੰ ਹੀ ਆਪਾਂ ਕ੍ਰੀਏਟਿਵ ਅਕਾਊਂਟਿੰਗ ਕਹਿੰਦੇ ਹਾਂ। ਇਟ ਇਜ਼ ਦੀ ਮੈਨੂਪਲੇਸ਼ਨ ਐਂਡ ਮਿਸ ਰੀਪ੍ਰਜੈਂਟੇਸ਼ਨ ਆਫ ਅਕਾਊਂਟਿੰਗ ਫਿਗਰਸ ਟੂ ਪ੍ਰੋਜੈਕਟ ਐਂਡ ਪ੍ਰੈਜੈਂਟ ਡਿਜ਼ਾਇਰਡ ਫਾਈਨੈਂਸ਼ੀਅਲ ਪਰਫੋਰਮੈਂਸ ਇਨ ਟਰਮਸ ਆਫ ਪ੍ਰੋਫਿਟ ਲੋਸ ਐਸਟ ਇਕੁਇਟੀ ਐਂਡ ਲਾਇਬਿਲਿਟੀਜ਼। ਤਾਂ ਯਾਨੀ ਕਿ ਕ੍ਰੀਏਟਿਵ ਅਕਾਊਂਟਿੰਗ ਦਾ ਕੀ ਮਤਲਬ ਹੈ ਇਹਦਾ ਮਤਲਬ ਹੈਗਾ ਕਿ ਆਪਣੀ ਜੋ ਵੀ ਅਕਾਊਂਟਿੰਗ ਫਿਗਰਸ ਹੈਗੇ ਨੇ ਉਹਨਾਂ ਨੂੰ ਮੈਨੂਪਲੇਟ ਕਰ ਦੇਣਾ ਜਾਂ ਮਿਸ ਰੀਪ੍ਰਜੈਂਟੇਸ਼ਨ ਕਰ ਦੇਣਾ ਉਹਨਾਂ ਦਾ। ਕਿਉਂ ਕਰ ਦੇਣਾ ਕਿਉਂਕਿ ਟੂ ਪ੍ਰੈਜੈਂਟ ਡਿਜ਼ਾਇਰਡ ਫਾਈਨੈਂਸ਼ੀਅਲ ਪਰਫੋਰਮੈਂਸ ਯਾਨੀ ਕਿ ਜਿਵੇਂ ਦੀ ਪਰਫੋਰਮੈਂਸ ਆਪਾਂ ਸ਼ੋਅ ਕਰਨਾ ਚਾਹੁੰਦੇ ਹਾਂ ਪ੍ਰੈਜੈਂਟ ਕਰਨਾ ਚਾਹੁੰਦੇ ਹਾਂ ਉਵੇਂ ਦੀ ਪਰਫੋਰਮੈਂਸ ਨੂੰ ਪ੍ਰੈਜੈਂਟ ਕਰਨ ਦੇ ਲਈ ਆਪਾਂ ਅਕਾਊਂਟਿੰਗ ਫਿਗਰਸ ਨੂੰ ਮੈਨੂਪਲੇਟ ਕਰ ਦਿੰਦੇ ਹਾਂ ਉਸ ਨੂੰ ਹੀ ਆਪਾਂ ਕ੍ਰੀਏਟਿਵ ਅਕਾਊਂਟਿੰਗ ਕਹਿੰਦੇ ਹਾਂ। ਅਤੇ ਫਿਰ ਕ੍ਰੀਏਟਿਵ ਅਕਾਊਂਟਿੰਗ ਦਾ ਰਿਜ਼ਲਟ ਕੀ ਹੁੰਦਾ ਇਹਦੇ ਨਾਲ ਫਸਟ ਤਾਂ ਜੋ ਵੀ ਫੈਕਟਸ ਨੇ ਆਪਣੇ ਉਹਨਾਂ ਦਾ ਮੈਨੂਪਲੇਸ਼ਨ ਹੋ ਜਾਂਦਾ ਮਿਸ ਰੀਪ੍ਰਜੈਂਟੇਸ਼ਨ ਹੋ ਜਾਂਦਾ ਅਤੇ ਇਸੇ ਨਾਲ ਹੀ ਜਿਹੜੇ ਆਪਣੇ ਅਕਾਊਂਟਿੰਗ ਸਕੈਮਸ ਨੇ ਉਹ ਹੁੰਦੇ ਨੇ। ਕਿਉਂਕਿ ਜਦੋਂ ਆਪਾਂ ਕੀ ਹੈ ਮਿਸਲੀਡ ਕਰਾਂਗੇ ਕਿਸੇ ਨੂੰ ਗਲਤ ਇਨਫੋਰਮੇਸ਼ਨ ਦੇਵਾਂਗੇ ਤਾਂ ਆਪਣੇ ਯੂਜ਼ਰਸ ਨੇ ਜੋ ਉਹ ਮਿਸਲੀਡ ਹੋਣਗੇ। ਤਾਂ ਕ੍ਰੀਏਟਿਵ ਅਕਾਊਂਟਿੰਗ ਬੇਸਿਕਲੀ ਕੀ ਹੈ ਇਹੀ ਹੈ ਕਿ ਆਪਾਂ ਜਿਹੜੇ ਆਪਣੇ ਅਕਾਊਂਟਿੰਗ ਫਿਗਰਸ ਹੁੰਦੇ ਨੇ ਫੈਕਟ ਹੁੰਦੇ ਨੇ ਉਹਨਾਂ ਨੂੰ ਮੈਨੂਪਲੇਟ ਕਰ ਦਿੰਦੇ ਹਾਂ ਉਹਨਾਂ ਦਾ ਮਿਸ ਰੀਪ੍ਰਜੈਂਟੇਸ਼ਨ ਕਰ ਦਿੰਦੇ ਹਾਂ ਤਾਂ ਕਿ ਜੋ ਵੀ ਆਪਣੀਆਂ ਅਕਾਊਂਟਿੰਗ ਸਟੇਟਮੈਂਟਸ ਨੇ ਉਹ ਆਪਣੇ ਅਕੋਰਡਿੰਗ ਆਪਣੇ ਫੇਵਰ ਦੇ ਵਿੱਚ ਰਿਜ਼ਲਟ ਹੈ ਜਿਹੜਾ ਸ਼ੋਅ ਕਰ ਸਕਣ। ਨੈਕਸਟ ਕ੍ਰੀਏਟਿਵ ਅਕਾਊਂਟਿੰਗ ਇਜ਼ ਅ ਨਿਊ ਕਾਇੰਡ ਆਫ ਅਕਾਊਂਟਿੰਗ। ਯਾਨੀ ਕਿ ਜਿਹੜੀ ਇਹ ਕ੍ਰੀਏਟਿਵ ਅਕਾਊਂਟਿੰਗ ਹੈ ਇਹ ਇੱਕ ਨਵੇਂ ਤਰ੍ਹਾਂ ਦੀ ਅਕਾਊਂਟਿੰਗ ਹੈ ਜਿਹਨੂੰ ਕਿ ਆਪਾਂ ਕੀ ਹੈ ਬੋਲਦੇ ਹਾਂਗੇ ਅਕਾਊਂਟਿੰਗ ਪ੍ਰੈਕਟਿਸ ਕ੍ਰੀਏਟਿਵ। ਤਾਂ ਇਹਨੂੰ ਕ੍ਰੀਏਟਿਵ ਆਪਾਂ ਕਿਉਂ ਬੋਲਦੇ ਹਾਂ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਜੋ ਵੀ ਆਪਣੇ ਅਕਾਊਂਟਿੰਗ ਪ੍ਰਿੰਸੀਪਲਸ ਨੇ ਅਕਾਊਂਟਿੰਗ ਸਟੈਂਡਰਡਸ ਨੇ ਜਾਂ ਜੋ ਵੀ ਲਾਜ਼ ਨੇ ਉਹਨਾਂ ਨੂੰ ਕੀ ਸਟ੍ਰਿਕਟਲੀ ਫੋਲੋ ਨਹੀਂ ਕੀਤਾ ਜਾਂਦਾ। ਯਾਨੀ ਕਿ ਜੋ ਵੀ ਆਪਣੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਸਟੈਂਡਰਡਸ ਰੂਲਸ ਲਾਜ਼ ਐਪਲੀਕੇਬਲ ਹੁੰਦੇ ਆ ਉਹਨਾਂ ਨੂੰ ਨਹੀਂ ਫੋਲੋ ਕੀਤਾ ਜਾਂਦਾ ਬਟ ਫੋਲੋ ਕਿਹਨਾਂ ਨੂੰ ਕੀਤਾ ਜਾਂਦਾ ਜੋ ਵੀ ਆਪਣੇ ਓਨਰਸ ਨੇ ਮੈਨੇਜਰਸ ਨੇ ਜੋ ਮਿਸ ਰੀਪ੍ਰਜੈਂਟੇਸ਼ਨ ਕਰਨਾ ਚਾਹੁੰਦੇ ਨੇ ਉਹਨਾਂ ਦੇ ਆਈਡੀਆਜ਼ ਨੂੰ ਜਿਹੜਾ ਹੈਗਾ ਫੋਲੋ ਕੀਤਾ ਜਾਂਦਾ। ਤਾਂ ਕਰਕੇ ਹੀ ਇਸ ਨੂੰ ਕ੍ਰੀਏਟਿਵ ਅਕਾਊਂਟਿੰਗ ਕਿਹਾ ਜਾਂਦਾ ਕਿਉਂਕਿ ਇਹ ਰੂਲਸ ਐਂਡ ਰੈਗੂਲੇਸ਼ਨਸ ਨਹੀਂ ਫੋਲੋ ਕਰਦੀ ਜੋ ਕਿ ਸਟੇਟਮੈਂਟਸ ਬਣਾਉਣ ਟਾਈਮ ਆਪਾਂ ਨੂੰ ਕਰਨੇ ਚਾਹੀਦੇ ਨੇ ਬਲਕਿ ਜੋ ਵੀ ਓਨਰਸ ਨੇ ਉਹ ਵਾਲੀ ਕੰਪਨੀ ਦੇ ਜਾਂ ਜੋ ਵੀ ਮੈਨੇਜਰ ਨੇ ਜੋ ਮਿਸਲੀਡ ਜਾਂ ਮਿਸ ਰੀਪ੍ਰਜੈਂਟੇਸ਼ਨ ਕਰਨਾ ਚਾਹੁੰਦੇ ਨੇ ਉਹਨਾਂ ਦੇ ਆਈਡੀਆਜ਼ ਨੂੰ ਫੋਲੋ ਕਰਿਆ ਜਾਂਦਾ ਹੈਗਾ ਕ੍ਰੀਏਟਿਵ ਅਕਾਊਂਟਿੰਗ ਦੇ ਵਿੱਚ। Second, accounting principles are followed keeping in view the dubious attitude of the management so that better presentation of the financial statement may be made to shareholders and other parties। ਤਾਂ ਉਹੀ ਚੀਜ਼ ਆ ਗਈ ਕਿ ਜੋ ਵੀ ਆਪਣੇ ਹੈਗੇ ਅਕਾਊਂਟਿੰਗ ਪ੍ਰਿੰਸੀਪਲਸ ਉਹਨਾਂ ਨੂੰ ਜਿਹੜੇ ਵੀ ਅਕਾਊਂਟਿੰਗ ਪ੍ਰਿੰਸੀਪਲ ਜਾਂ ਤਾਂ ਇਹਦੇ ਵਿੱਚ ਦੋ ਚਾਂਸਿਸ ਹੁੰਦੇ ਆ ਜਾਂ ਤਾਂ ਕੀ ਹੈ ਕਿ ਅਕਾਊਂਟਿੰਗ ਪ੍ਰਿੰਸੀਪਲਸ ਆ ਉਹਨਾਂ ਨੂੰ ਬਿਲਕੁਲ ਹੀ ਇਗਨੋਰ ਕਰ ਦਿੱਤਾ ਜਾਂਦਾ ਜਾਂ ਉਹਨਾਂ ਨੂੰ ਫੋਲੋ ਤਾਂ ਕੀਤਾ ਜਾਂਦਾ ਬਟ ਉਹਨਾਂ ਨੂੰ ਫੋਲੋ ਕੀਤਾ ਜਾਂਦਾ ਆਪਦਾ ਬੈਨੀਫਿਟ ਧਿਆਨ 'ਚ ਰੱਖਦੇ ਹੋਏ ਕਿ ਉਹਨਾਂ ਨੂੰ ਫੋਲੋ ਹੀ ਇਸ ਵੇ ਨਾਲ ਕੀਤਾ ਜਾਂਦਾ ਕਿ ਉਹਦੇ ਨਾਲ ਜਿਹੜਾ ਹੈਗਾ
ਆਪਣੀਆਂ ਫਾਈਨੈਂਸ਼ੀਅਲ ਜਿਹੜੀਆਂ ਸਟੇਟਮੈਂਟਸ ਨੇ ਉਹ ਆਪਣੇ ਫੇਵਰ ਦੇ ਵਿੱਚ ਜਿਹੜਾ ਰਿਜ਼ਲਟ ਸ਼ੋ ਕਰ ਸਕਣ, ਤਾਂ ਕਿ ਜੋ ਵੀ ਆਪਣੀ ਜਿਹੜੀ ਹੈਗੀ ਫਾਈਨੈਂਸ਼ੀਅਲ ਸਟੇਟਮੈਂਟਸ ਜੋ ਆਪਾਂ ਡਿਫਰੈਂਟ ਯੂਜ਼ਰਸ ਨੂੰ ਪ੍ਰੋਵਾਈਡ ਕਰਵਾਉਂਦੇ ਹਾਂ, ਡਿਸਕਲੋਜ਼ ਕਰਦੇ ਹਾਂ ਜਾਂ ਪ੍ਰੈਜੈਂਟ ਕਰਦੇ ਹਾਂ, ਜਿਵੇਂ ਕਿ ਸਟੇਕ ਹੋਲਡਰਸ ਹੋ ਗਏ, ਸ਼ੇਅਰ ਹੋਲਡਰਸ ਹੋ ਗਏ ਜਾਂ ਹੋਰ ਵੀ ਕਾਫੀ ਸਾਰੇ ਜਿਹੜੇ ਹੈਗੇ ਆ ਸਟੇਕ ਹੋਲਡਰਸ ਇਨਵੋਲਵ ਹੁੰਦੇ ਆਪਣੀ ਜਿਹੜੀ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਦੇਖਦੇ ਨੇ। ਤਾਂ ਜਾਣੀ ਕਿ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਅਕਾਊਂਟਿੰਗ ਪ੍ਰਿੰਸੀਪਲਸ ਨੇ ਉਹਨਾਂ ਨੂੰ ਇਸ ਵੇ ਨਾਲ ਫੋਲੋ ਕੀਤਾ ਜਾਂਦਾ, ਤਾਂ ਕਿ ਜੋ ਵੀ ਡਿਫਰੈਂਟ ਯੂਜ਼ਰਸ ਨੇ ਆਪਣੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਉਹਨਾਂ ਨੂੰ ਜਿਹੜਾ ਹੈਗਾ ਗਾ ਫੇਵਰੇਬਲ ਰਿਜ਼ਲਟ ਆ ਜਿਹੜਾ ਆਪਣੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਸ਼ੋ ਕਰ ਸਕਣ। ਤਾਂ ਜਿਹੜੀ ਕ੍ਰੀਏਟਿਵ ਅਕਾਊਂਟਿੰਗ ਦਾ ਮੀਨਿੰਗ ਆਪਾਂ ਨੂੰ ਪਤਾ ਲੱਗ ਗਿਆ ਕਿ ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਆਪਾਂ ਜਿਹੜੇ ਹੈਗੇ ਰਿਜ਼ਲਟਸ ਆਪਣੇ ਅਕੋਰਡਿੰਗ ਬਣਾਉਣੇ ਆ, ਆਪਣੇ ਅਕੋਰਡਿੰਗ ਜਿਹੜਾ ਹੈਗਾ ਗਾ ਪ੍ਰੋਫਿਟ ਹੈ ਜਿਹੜਾ ਕੰਪਨੀ ਦਾ ਸ਼ੋ ਕਰ ਦਿੰਦੇ ਆ, ਬੇਸ਼ੱਕ ਉਹ ਰੀਅਲ ਦੇ ਵਿੱਚ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ। ਤਾਂ ਆਪਾਂ ਕਰਦੇ ਕਿਵੇਂ ਆ, ਪਹਿਲੀ ਚੀਜ਼ ਤਾਂ ਆਪਾਂ ਇਨਫਲੇਟਿੰਗ ਦੀ ਰੈਵਨਿਊਜ਼, ਯਾਨੀ ਕਿ ਐਕਚੁਅਲ ਦੇ ਵਿੱਚ ਜਿਹੜੇ ਹੈਗੇ ਆ ਇੰਨੀ ਰੈਵਨਿਊ ਨਹੀਂ ਹੋਈ ਹੁੰਦੀ, ਬਟ ਜਿਹੜੀ ਕੰਪਨੀ ਆ ਉਹ ਆਪਦੀਆਂ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ ਰੈਵਨਿਊ ਨੂੰ ਇਨਫਲੇਟ ਕਰ ਦਿੰਦੀ ਆ, ਵਧਾ ਦਿੰਦੀ ਆ ਉਹਨਾਂ ਨੂੰ, ਠੀਕ ਹੈ ਜੀ। ਸੈਕਿੰਡ ਹੈਗਾ ਕ੍ਰੀਏਟਿੰਗ ਫੇਕ ਇਨਵਾਇਸਿਸ। ਤਾਂ ਜਦੋਂ ਆਪਾਂ ਕੀ ਹੈਗਾ ਕਿਸੇ ਨੂੰ ਵੀ ਕ੍ਰੈਡਿਟ 'ਤੇ ਸੇਲ ਕਰਦੇ ਹੁੰਦੇ ਆ, ਤਾਂ ਉਸ ਟਾਈਮ ਜਿਹੜੇ ਬੰਦੇ ਨੂੰ ਕ੍ਰੈਡਿਟ 'ਤੇ ਸੇਲ ਕੀਤਾ ਉਹ ਆਪਣੀ ਫਿਊਚਰ ਦੇ ਵਿੱਚ ਪੇਮੈਂਟ ਕਰਦਾ ਹੈ, ਤਾਂ ਕ੍ਰੈਡਿਟ ਸੇਲ ਕਰਕੇ ਆਪਾਂ ਉਹਨਾਂ ਦੇ ਇਨਵਾਇਸਿਸ ਆ ਜਿਹੜੇ ਰੇਜ਼ ਕਰਦੇ ਹਾਂ, ਤਾਂ ਉਹ ਇਨਵਾਇਸਿਸ ਆ ਜਿਹੜੇ ਉਹ ਆਪਣੇ ਰਿਸੀਵੇਬਲਸ ਹੁੰਦੇ ਨੇ, ਜਿਨ੍ਹਾਂ ਤੋਂ ਆਪਾਂ ਇਨਵਾਇਸਿਸ ਦੇ ਬਦਲੇ ਆਪਾਂ ਅਮਾਊਂਟ ਰਿਸੀਵ ਕਰਨੀ ਹੈ, ਤਾਂ ਆਪਣੀ ਕੀ ਹੁੰਦੀ ਹੈ ਕਰੰਟ ਐਸਿਟ ਹੁੰਦੀ ਹੈ। ਤਾਂ ਬਿਜ਼ਨਸ ਕੀ ਕਰਦਾ ਹੈਗਾ ਕਿ ਜੋ ਆਪਣੇ ਇਨਵਾਇਸਿਸ ਨੇ ਉਹ ਫੇਕ ਕ੍ਰੀਏਟ ਕਰ ਦਿੰਦਾ, ਤਾਂ ਜਿੰਨੇ ਜ਼ਿਆਦਾ ਇਨਵਾਇਸਿਸ ਹੋਣਗੇ ਉਨੀ ਜ਼ਿਆਦਾ ਰਿਸੀਵੇਬਲਸ ਹੋਣਗੇ, ਉਨੀ ਜ਼ਿਆਦਾ ਜਿਹੜਾ ਆਪਾਂ ਕਹਿ ਸਕਦੇ ਕਰੰਟ ਐਸਿਟਸ ਦੇ ਵਿੱਚ ਵਾਧਾ ਹੋਊਗਾ ਬਿਜ਼ਨਸ ਦੀ। ਤਾਂ ਇਸ ਕਰਕੇ ਕੀ ਹੈਗਾ ਗਲਤ ਜਿਹੜੀ ਹੈਗਾ ਰੀਅਲ ਦੇ ਵਿੱਚ ਕੋਈ ਕ੍ਰੈਡਿਟ ਸੇਲ ਨਹੀਂ ਹੋਈ ਹੁੰਦੀ, ਬਟ ਕੀ ਆ ਰੋਂਗ ਜਿਹੜੇ ਹੈਗੇ ਆ ਇਨਵਾਇਸਿਸ ਕ੍ਰੀਏਟ ਕਰ ਦਿੱਤੇ ਜਾਂਦੇ ਨੇ। ਥਰਡ ਹੈਗਾ ਫਾਲਸੀਫਾਈਂਗ ਦੀ ਕੈਸ਼ ਐਂਡ ਬੈਂਕ ਬੈਲੈਂਸ। ਤਾਂ ਹੁਣ ਬੈਂਕ ਬੈਲੈਂਸ ਰੀਅਲ ਦੇ ਵਿੱਚ ਕਿੰਨਾ ਇਹ ਕਿੱਥੋਂ ਪਤਾ ਲੱਗ ਸਕਦਾ ਹੈ, ਤਾਂ ਇਹਦੇ ਵਿੱਚ ਕੀ ਹੈਗਾ ਕਿ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਜਾਣ ਕੇ ਜਿਹੜਾ ਹੈਗਾ ਕੈਸ਼ ਇਨ ਹੈਂਡ ਵੱਧ ਦਿਖਾ ਦਿੱਤਾ ਜਾਂਦਾ, ਬੈਂਕ ਦੇ ਵਿੱਚ ਕੈਸ਼ ਹੈ ਜਿਹੜਾ ਉਹਦਾ ਬੈਲੈਂਸ ਹੈ ਜਿਹੜਾ ਜ਼ਿਆਦਾ ਦਿਖਾ ਦਿੱਤਾ ਜਾਂਦਾ। ਫੋਰ ਐਗਜ਼ਾਮਪਲ ਕਿ ਬੈਂਕ ਦੇ ਵਿੱਚ ਪੈਸੇ ਸਿਰਫ ਹੈਗੇ 1 ਕਰੋੜ ਅਤੇ ਬੈਲੈਂਸ ਸ਼ੀਟ ਦੇ ਵਿੱਚ ਕੈਸ਼ ਦੇ ਅੰਡਰ ਜਿਹੜਾ ਹੈਗਾ ਗਾ ਬੈਂਕ ਬੈਲੈਂਸ ਦਿਖਾ ਰਿਹਾ ਹੈ 2 ਕਰੋੜ ਰੁਪਇਆ। ਤਾਂ ਇਸ ਤਰੀਕੇ ਨਾਲ ਕੀ ਹੈ ਕੈਸ਼ ਦੇ ਵਿੱਚ ਜਿਹੜਾ ਹੈਗਾ ਵਾਧਾ ਕਰ ਦਿੱਤਾ ਜਾਂਦਾ, ਤਾਂ ਕਿ ਜਿਹੜਾ ਹੈਗਾ ਮਿਸਲੀਡ ਕੀਤਾ ਜਾ ਸਕੇ ਯੂਜ਼ਰਸ ਨੂੰ। ਫੋਰਥ ਦੇ ਵਿੱਚ ਹੈਗਾ ਟੈਂਪਰਲੀ ਡਿਲੇਇੰਗ ਦੀ ਪੇਮੈਂਟ ਆਫ ਐਕਸਪੈਂਸਿਸ ਐਂਡ ਲਾਇਬਿਲਿਟੀਜ਼। ਜਦੋਂ ਹੀ ਆਪਾਂ ਕੋਈ ਐਕਸਪੈਂਸ ਜਾਂ ਲਾਇਬਿਲਿਟੀ ਪੇ ਕਰਦੇ ਹਾਂ ਤਾਂ ਉਹਦੇ ਨਾਲ ਕੀ ਹੁੰਦਾ ਆਪਣੇ ਜਿਹੜੇ ਪ੍ਰੋਫਿਟਸ ਘੱਟਦੇ ਨੇ। ਤਾਂ ਕ੍ਰੀਏਟਿਵ ਅਕਾਊਂਟਿੰਗ ਦੇ ਵਿੱਚ ਕੀ ਕੀਤਾ ਜਾਂਦਾ ਹੈਗਾ ਕਿ ਉਹਨਾਂ ਦੇ ਐਕਸਪੈਂਸਿਸ ਹੈ ਅਤੇ ਜਿਹੜੀਆਂ ਲਾਇਬਿਲਿਟੀਜ਼ ਉਹਨਾਂ ਦੀ ਪੇਮੈਂਟ ਡਿਲੇ ਕਰ ਦਿੱਤੀ ਜਾਂਦੀ ਹੈ, ਤਾਂ ਇਹਦੇ ਨਾਲ ਫਿਰ ਪ੍ਰੋਫਿਟ ਆ ਜਿਹੜੇ ਉਹ ਨਹੀਂ ਘੱਟਦੇ। ਤਾਂ ਪ੍ਰੋਫਿਟ ਜ਼ਿਆਦਾ ਸ਼ੋਅ ਕਰਨ ਦੇ ਲਈ ਕੀ ਕੀਤਾ ਜਾਂਦਾ, ਜੋ ਵੀ ਐਕਸਪੈਂਸਿਸ ਉਹਨਾਂ ਨੇ ਪੇ ਕਰਨੇ ਉਹਨਾਂ ਨੂੰ ਡਿਲੇ ਕਰ ਦਿੱਤਾ ਜਾਂਦਾ। ਫਿਫਥ ਹੈਗਾ ਚੇਂਜਿੰਗ ਅਕਾਊਂਟਿੰਗ ਪੋਲਿਸੀਜ਼। ਤਾਂ ਅਕਾਊਂਟਿੰਗ ਪੋਲਿਸੀਜ਼ ਆ ਜਿਹੜੀਆਂ ਉਹਨਾਂ ਨੂੰ ਚੇਂਜ ਕਰਕੇ ਵੀ ਕ੍ਰੀਏਟਿਵ ਅਕਾਊਂਟਿੰਗ ਆ ਜਿਹੜੀ ਕੀਤੀ ਜਾਂਦੀ ਹੈ, ਜਿਵੇਂ ਮੈਥਡ ਆਫ ਵੈਲਿਊਏਸ਼ਨ ਆਫ ਇਨਵੈਂਟਰੀਜ਼ ਜਾਂ ਫਿਰ ਮੈਥਡ ਆਫ ਚਾਰਜਿੰਗ ਡੈਪਰੀਸੀਏਸ਼ਨ। ਤਾਂ ਜਿਵੇਂ ਆਪਾਂ ਦੇਖੀਏ ਕਿ ਇਨਵੈਂਟਰੀ ਦੇ ਕਾਫੀ ਸਾਰੇ ਮੈਥਡਸ ਅਵੇਲੇਬਲ ਹੈਗੇ ਨੇ ਅਤੇ ਡੈਪਰੀਸੀਏਸ਼ਨ ਚਾਰਜ ਕਰਨ ਦੇ ਕਾਫੀ ਸਾਰੇ ਮੈਥਡਸ ਨੇ। ਤਾਂ ਕ੍ਰੀਏਟਿਵ ਅਕਾਊਂਟਿੰਗ ਦੇ ਵਿੱਚ ਕੰਪਨੀ ਹੈਗੀ ਜਿਹੜੀ ਉਹ ਵਾਲਾ ਮੈਥਡ ਅਡੋਪਟ ਕਰਦੀ ਹੈ ਜਿਹਦੇ ਨਾਲ ਉਹਦੇ ਫੇਵਰ ਦੇ ਵਿੱਚ ਰਿਜ਼ਲਟ ਆ ਜਾਣ, ਜਾਣੀ ਕਿ ਉਹ ਵਾਲਾ ਮੈਥਡ ਅਡੋਪਟ ਕਰਦੀ ਹੈ ਜਿਹਦੇ ਨਾਲ ਉਹਦੇ ਪ੍ਰੋਫਿਟ ਆ ਜਿਹੜੇ ਮੈਕਸੀਮਾਈਜ਼ ਹੋ ਜਾਣ। ਤਾਂ ਇਸ ਵੇ ਨਾਲ ਕੀ ਕਰਦੀ ਹੈਗੀ ਕੰਪਨੀ ਕ੍ਰੀਏਟਿਵ ਅਕਾਊਂਟਿੰਗ ਕਰਦੀ ਹੈ ਜਿਹਦੇ ਨਾਲ ਉਹਦੇ ਜਿਹੜੇ ਹੈਗੇ ਫਾਈਨੈਂਸ਼ੀਅਲ ਰਿਜ਼ਲਟ ਉਹਦੇ ਫੇਵਰ ਦੇ ਵਿੱਚ ਆ ਜਾਣ, ਅਤੇ ਬੇਸਿਕਲੀ ਜਿਹੜੀ ਹੈਗੇ ਜੋ ਯੂਜ਼ਰ ਹੈਗੇ ਆ ਉਹਨਾਂ ਨੂੰ ਕੀ ਕੀਤਾ ਜਾਂਦਾ ਮਿਸਲੀਡ ਹੈ ਜਿਹੜਾ ਕੀਤਾ ਜਾਂਦਾ ਮਿਸ ਰੀਪ੍ਰੈਜੈਂਟੇਸ਼ਨ ਕਰਕੇ। ਨੈਕਸਟ ਹੈਗੀ ਹੈ ਡੈਫੀਨੇਸ਼ਨ ਆਫ ਕ੍ਰੀਏਟਿਵ ਅਕਾਊਂਟਿੰਗ। ਤਾਂ ਕ੍ਰੀਏਟਿਵ ਅਕਾਊਂਟਿੰਗ ਦੀ ਡੈਫੀਨੇਸ਼ਨ ਆਪਾਂ ਦੇਖਦੇ ਹਾਂ, ਦੀ ਟਰਾਂਸਫੋਰਮੇਸ਼ਨ ਆਫ ਫਾਈਨੈਂਸ਼ੀਅਲ ਅਕਾਊਂਟਿੰਗ ਫਿਗਰਸ ਫਰੋਮ ਵਟ ਦੇ ਐਕਚੁਅਲੀ ਆਰ ਟੂ ਵਟ ਪ੍ਰੀਪੇਅਰਸ ਡਿਜ਼ਾਇਰ ਬਾਈ ਟੇਕਿੰਗ ਐਡਵਾਂਟੇਜ ਆਫ ਐਗਜ਼ਿਸਟਿੰਗ ਰੂਲਸ ਐਂਡ ਔਰ ਇਗਨੋਰਿੰਗ ਸਮ ਔਰ ਆਲ ਆਫ ਦੈਮ। ਤਾਂ ਜਾਣੀ ਕਿ ਕ੍ਰੀਏਟਿਵ ਅਕਾਊਂਟਿੰਗ ਦਾ ਮਤਲਬ ਕੀ ਹੈ, ਜੋ ਵੀ ਆਪਣੇ ਫਾਈਨੈਂਸ਼ੀਅਲ ਅਕਾਊਂਟਿੰਗ ਫਿਗਰਸ ਨੇ ਉਹਨਾਂ ਨੂੰ ਟਰਾਂਸਫੋਰਮ ਕਰ ਦਿੱਤਾ ਜਾਂਦਾ, ਕਾਸਟ 'ਚੋਂ ਟਰਾਂਸਫੋਰਮ ਕਰ ਦਿੱਤਾ ਜਾਂਦਾ ਫਰੋਮ ਵਟ ਦੇ ਐਕਚੁਅਲੀ ਆਰ, ਜਾਣੀ ਕਿ ਉਹ ਰੀਅਲ ਦੇ ਵਿੱਚ ਕਿਵੇਂ ਹੈਗੇ ਨੇ ਅਤੇ ਉਹਨਾਂ ਨੂੰ ਟਰਾਂਸਫੋਰਮ ਜਾਂ ਕਨਵਰਟ ਕਾਹਦੇ 'ਚ ਕਰ ਦਿੱਤਾ ਜਾਂਦਾ ਟੂ ਬਟ ਪ੍ਰੀਪੇਅਰਸ ਡਿਜ਼ਾਇਰ, ਜਾਣੀ ਕਿ ਉਹਨਾਂ ਨੂੰ ਪ੍ਰੀਪੇਅਰ ਕਰਨ ਵਾਲਾ ਉਹ ਉਹਨਾਂ ਤੋਂ ਕਿਵੇਂ ਦੇ ਰਿਜ਼ਲਟ ਚਾਹੁੰਦਾ ਹੈ। ਤਾਂ ਜਾਣੀ ਕਿ ਇੱਕ ਤਾਂ ਐਕਚੁਅਲ ਦੇ ਵਿੱਚ ਰਿਜ਼ਲਟ ਸ਼ੋ ਹੋ ਰਿਹਾ ਆਪਣੇ ਅਕਾਊਂਟਿੰਗ ਫਿਗਰਸ ਤੋਂ, ਅਤੇ ਇੱਕ ਜਿਹੜਾ ਹੈਗਾ ਗਾ ਉਹਨਾਂ ਨੂੰ ਪ੍ਰੀਪੇਅਰ ਕਰਨ ਵਾਲਾ ਚਾਹੁੰਦਾ ਹੈ। ਤਾਂ ਐਕਚੁਅਲ ਦੇ ਵਿੱਚ ਜੋ ਰਿਜ਼ਲਟ ਸ਼ੋ ਹੋ ਰਿਹਾ ਉਹਦੇ 'ਚੋਂ ਕਨਵਰਟ ਕਰ ਦਿੱਤਾ ਜਾਂਦਾ ਜੋ ਉਹਨਾਂ ਨੂੰ ਪ੍ਰੀਪੇਅਰ ਕਰਨ ਵਾਲਾ ਚਾਹੁੰਦਾ ਹੈਗਾ। ਅਤੇ ਕੀਤਾ ਕਿਵੇਂ ਜਾਂਦਾ ਬਾਈ ਟੇਕਿੰਗ ਐਡਵਾਂਟੇਜ ਆਫ ਐਗਜ਼ਿਸਟਿੰਗ ਰੂਲਸ, ਜੋ ਵੀ ਆਪਣੇ ਰੂਲਸ ਐਗਜ਼ਿਸਟ ਕਰਦੇ ਆ ਜਾਂ ਤਾਂ ਉਹਨਾਂ ਦਾ ਹੀ ਫਾਇਦਾ ਉਠਾਇਆ ਜਾਂਦਾ, ਕਿਉਂਕਿ ਕਾਫੀ ਸਾਰੇ ਰੂਲਸ ਦੇ ਵਿੱਚ ਲੂਪ ਹੋਲਸ ਹੁੰਦੇ ਨੇ। ਜਿਵੇਂ ਫੋਰ ਐਗਜ਼ਾਮਪਲ ਆਪਣੇ ਕੋਲ ਇਨਵੈਂਟਰੀ ਦੇ ਕਾਫੀ ਸਾਰੇ ਮੈਥਡ ਅਵੇਲੇਬਲ ਹੈਗੇ ਆ, ਅਤੇ ਆਪਣੇ ਡੈਪਰੀਸੀਏਸ਼ਨ ਦੇ ਕਾਫੀ ਸਾਰੇ ਮੈਥਡਸ ਹੈਗੇ ਨੇ। ਤਾਂ ਫਿਰ ਜਿਹੜਾ ਹੈਗਾ ਗਾ
ਪ੍ਰੀਪੇਅਰ ਕਰਨ ਵਾਲਾ ਉਹ ਵਾਲਾ ਹੀ ਮੈਥਡ ਅਡੋਪਟ ਕਰੂਗਾ ਜਿਹਦੇ ਨਾਲ ਪ੍ਰੋਫਿਟ ਆ ਜਿਹੜੇ ਬਿਜ਼ਨਸ ਦੇ ਜ਼ਿਆਦਾ ਮੈਕਸੀਮਾਈਜ਼ ਜਿਹੜੇ ਪ੍ਰੋਫਿਟ ਆ ਜਿਹੜੇ ਕੀਤੇ ਜਾ ਸਕਣ। ਅਤੇ ਜਾਂ ਫਿਰ ਕੀ ਕੀਤਾ ਜਾਂਦਾ, ਇਹਨਾਂ 'ਚੋਂ ਕਿਸੇ ਵੀ ਇੱਕ ਅੱਧੇ ਰੂਲ ਨੂੰ ਜਿਹੜਾ ਹੈਗਾ ਇਗਨੋਰ ਕਰ ਦਿੱਤਾ ਜਾਂਦਾ, ਜਾਣੀ ਕਿ ਉਹਨੂੰ ਐਪਲੀਕੇਬਲ ਹੀ ਨਹੀਂ ਕੀਤਾ ਜਾਂਦਾ। ਅਤੇ ਜਾਂ ਫਿਰ ਕੀ ਕਰਦੇ ਆ ਉਹ ਸਾਰੇ ਮੈਥਡ ਸਾਰੇ ਰੂਲਸ ਹੀ ਜਿਹੜੇ ਹੈਗੇ ਆ ਐਪਲੀਕੇਬਲ ਨਹੀਂ ਕਰਦੇ। ਤਾਂ ਇਸ ਤਰੀਕੇ ਨਾਲ ਜੇ ਆਪਾਂ ਦੇਖੀਏ ਕੰਸਾਈਜ਼ ਕਰਕੇ ਕ੍ਰੀਏਟਿਵ ਅਕਾਊਂਟਿੰਗ ਕੀ ਹੈ, ਤਾਂ ਕ੍ਰੀਏਟਿਵ ਅਕਾਊਂਟਿੰਗ ਇਹੀ ਹੈਗੀ ਕਿ ਜਿਹੜੇ ਵੀ ਆਪਣੇ ਫਾਈਨੈਂਸ਼ੀਅਲ ਰਿਜ਼ਲਟ ਆਏ ਆ, ਇੱਕ ਤਾਂ ਉਹ ਐਕਚੁਅਲ ਦੇ ਵਿੱਚ ਆਏ ਆ ਉਹਨਾਂ ਨੂੰ ਕਨਵਰਟ ਕਰ ਦਿੱਤਾ ਜਾਂਦਾ ਉਹ ਵਾਲੇ ਰਿਜ਼ਲਟ ਦੇ ਵਿੱਚ ਜਿਹੜੇ ਕਿ ਕੰਪਨੀ ਆਪਣੇ ਯੂਜ਼ਰਸ ਨੂੰ ਸ਼ੋਅ ਕਰਨਾ ਚਾਹੁੰਦੀ ਹੈ। ਅਤੇ ਉਹ ਕਰਦੀ ਕਿਵੇਂ, ਜਾਂ ਤਾਂ ਜਿਹੜੇ ਸਟੈਂਡਰਡ ਰੂਲ ਐਪਲੀਕੇਬਲ ਹੁੰਦੇ ਆ ਫਾਈਨੈਂਸ਼ੀਅਲ ਸਟੇਟਮੈਂਟਸ 'ਤੇ ਉਹਨਾਂ ਨੂੰ ਫੋਲੋ ਹੀ ਨਹੀਂ ਕਰਦੀ, ਅਤੇ ਜਾਂ ਜਿਹੜੇ ਫੋਲੋ ਕਰਦੀ ਆ ਉਹ ਐਸ ਵੇ ਨਾਲ ਕਰਦੀ ਆ ਕਿ ਉਹਦੇ ਨਾਲ ਜਿਹੜੇ ਕੰਪਨੀ ਦੇ ਰਿਜ਼ਲਟ ਆ ਜਿਹੜੇ ਮੈਕਸੀਮਾਈਜ਼ ਹੋ ਸਕਣ। ਠੀਕ ਹੈ ਜੀ। Next is creative accounting is also called aggressive accounting, earning management, income smoothing, fraudulent financial reporting। ਤਾਂ creative accounting ਦੇ ਨਾਲ ਜਿਹੜੇ ਸਿਮੀਲਰ ਵਰਡਸ ਹੈ ਆਪਾਂ ਇਹ ਵੀ ਯੂਜ਼ ਕਰਦੇ ਹਾਂ। ਤਾਂ ਇਹਨਾਂ ਨੂੰ ਆਪਾਂ ਸਾਰਿਆਂ ਨੂੰ 1 by 1 ਦੇਖਦੇ ਹਾਂ ਕਿ ਇਹ ਕੀ ਹੁੰਦੇ ਆ। ਫਸਟ ਹੈਗਾ ਅਗਰੈਸਿਵ ਅਕਾਊਂਟਿੰਗ। ਤਾਂ ਅਗਰੈਸਿਵ ਅਕਾਊਂਟਿੰਗ ਦੇ ਵਿੱਚ ਕੀ ਹੁੰਦਾ ਹੈਗਾ ਕਿ ਕਿਸੇ ਵੀ ਅਕਾਊਂਟਿੰਗ ਪ੍ਰਿੰਸੀਪਲ ਨੂੰ ਇੰਟੈਂਸ਼ਨਲੀ ਯੂਜ਼ ਕਰਨਾ, ਤਾਂ ਕਿ ਉਹ ਵਾਲੇ ਅਕਾਊਂਟਿੰਗ ਪ੍ਰਿੰਸੀਪਲ ਨੂੰ ਯੂਜ਼ ਕਰਕੇ ਆਪਾਂ ਜਿਹੜੇ ਹੈਗੇ ਰਿਜ਼ਲਟ ਆ ਜਿਹੜੇ ਆਪਣੇ ਫੇਵਰ ਦੇ ਵਿੱਚ ਰਿਸੀਵ ਕਰ ਸਕੀਏ। ਤਾਂ ਜਾਣੀ ਕਿ ਅਗਰੈਸਿਵ ਅਕਾਊਂਟਿੰਗ ਦੇ ਵਿੱਚ ਕੰਪਨੀ ਹੈ ਜਿਹੜੀ ਉਹ ਐਵੇਂ ਦੇ ਅਕਾਊਂਟਿੰਗ ਪ੍ਰਿੰਸੀਪਲ ਫੋਲੋ ਕਰਦੀ ਹੈ, ਐਵੇਂ ਦੇ ਅਕਾਊਂਟਿੰਗ ਪ੍ਰਿੰਸੀਪਲਸ ਨੂੰ ਅਪਲਾਈ ਕਰਦੀ ਹੈ ਜਿਨ੍ਹਾਂ ਨੂੰ ਅਪਲਾਈ ਕਰਕੇ ਉਹਨੂੰ ਡਿਜ਼ਾਇਰਡ ਰਿਜ਼ਲਟ ਮਿਲ ਜਾਣ। ਚਾਹੇ ਜਿਹੜਾ ਉਹ ਅਕਾਊਂਟਿੰਗ ਪ੍ਰਿੰਸੀਪਲ ਉਹ ਫੋਲੋ ਕਰ ਰਹੀ ਹੈ ਉਹ ਅਕੋਰਡੈਂਸ ਵਿਦ ਗੈਪ ਹੋਵੇ ਚਾਹੇ ਨਾ ਹੋਵੇ, ਜਾਣੀ ਕਿ ਜੋ ਵੀ ਆਪਣੇ ਐਕਸੈਪਟਡ ਪ੍ਰਿੰਸੀਪਲਸ ਹੈਗੇ ਆ ਉਹਨਾਂ ਦੇ ਅਕੋਰਡਿੰਗ ਚਾਹੇ ਉਹ ਪ੍ਰਿੰਸੀਪਲ ਹੋਵੇ ਚਾਹੇ ਨਾ ਹੋਵੇ, ਇਹ ਕੋਈ ਮੈਟਰ ਨਹੀਂ ਕਰਦਾ। ਉਹ ਜਸਟ ਤਾਂ ਕਰਕੇ ਆਪਣੇ ਇਹ ਵਾਲੇ ਅਕਾਊਂਟਿੰਗ ਪ੍ਰਿੰਸੀਪਲ ਨੂੰ ਫੋਲੋ ਕਰ ਰਹੀ ਹੈ ਤਾਂ ਕਿ ਇਸ ਨੂੰ ਫੋਲੋ ਕਰਕੇ ਉਹਨੂੰ ਡਿਜ਼ਾਇਰਡ ਰਿਜ਼ਲਟ ਮਿਲ ਸਕਣ। ਸੈਕਿੰਡ ਹੁੰਦੀ ਆ ਅਰਨਿੰਗ ਮੈਨੇਜਮੈਂਟ। ਤਾਂ ਇਹਦੇ ਵਿੱਚ ਕੀ ਹੁੰਦਾ ਗਾ ਕਿ ਜਿਵੇਂ ਆਪਾਂ ਨੂੰ ਪਤਾ ਕਿ ਕੰਪਨੀਆਂ ਪਹਿਲਾਂ ਤੋਂ ਹੀ ਇੱਕ ਟਾਰਗੇਟ ਬਣਾ ਕੇ ਰੱਖਦੀਆਂ, ਜਿਵੇਂ ਆਪਾਂ ਸਟੈਂਡਰਡ ਕੋਸਟਿੰਗ ਦੇ ਵਿੱਚ ਜਾਂ ਟਾਰਗੇਟ ਕੋਸਟਿੰਗ ਦੇ ਵਿੱਚ ਦੇਖਦੇ ਨੇ ਕਿ ਪਹਿਲਾਂ ਹੀ ਟਾਰਗੇਟ ਸੈੱਟ ਕਰ ਲਿਆ ਜਾਂਦਾ, ਤਾਂ ਉਵੇਂ ਅਰਨਿੰਗ ਦਾ ਵੀ ਜਿਹੜਾ ਹੈਗਾ ਪਹਿਲਾਂ ਤੋਂ ਟਾਰਗੇਟ ਸੈੱਟ ਹੁੰਦਾ। ਤਾਂ ਅਰਨਿੰਗ ਮੈਨੇਜਮੈਂਟ ਦੇ ਵਿੱਚ ਕੀ ਕਰਦੀ ਹੈ, ਜੋ ਮੈਨੇਜਮੈਂਟ ਹੁੰਦੀ ਹੈ ਜਾਂ ਜੋ ਵੀ ਅਕਾਊਂਟਸ ਪ੍ਰੀਪੇਅਰ ਕਰਦੇ ਨੇ ਉਹ ਜਿਹੜਾ ਹੈਗਾ ਅਰਨਿੰਗਸ ਦਾ ਮੈਨੂਪਲੇਸ਼ਨ ਕਰ ਦਿੰਦੇ ਨੇ, ਤਾਂ ਕਿ ਜੋ ਪਹਿਲਾਂ ਤੋਂ ਉਹਨਾਂ ਨੇ ਪ੍ਰੀ ਡਿਟਰਮਿਨਡ ਟਾਰਗੇਟ ਜੋ ਰੱਖਿਆ ਹੋਇਆ ਸੀਗਾ ਉਹਨੂੰ ਕੀ ਕਰ ਸਕਣ, ਅਚੀਵ ਕਰ ਸਕਣ। ਤਾਂ ਜਿਵੇਂ ਉਹਨਾਂ ਨੇ ਟਾਰਗੇਟ ਕੋਈ ਰੱਖਿਆ ਬਟ ਉਹ ਕੀ ਹੋਇਆ, ਕੰਪਲੀਟ ਨਹੀਂ ਹੋਇਆ ਉਹਨਾਂ ਤੋਂ, ਜਾਣੀ ਕਿ ਅਚੀਵ ਨਹੀਂ ਹੋਇਆ, ਤਾਂ ਫਿਰ ਉਹ ਕੀ ਕਰਨਗੇ, ਜਾਣ ਬੁੱਝ ਕੇ ਜਿਹੜਾ ਹੈਗਾ ਅਕਾਊਂਟਿੰਗ ਫਿਗਰਸ ਨੂੰ ਹੀ ਮੈਨੂਪਲੇਟ ਕਰ ਦਿੰਦੇ ਆ ਤਾਂ ਕਿ ਜੋ ਵੀ ਉਹਨਾਂ ਨੇ ਟਾਰਗੇਟ ਰੱਖਿਆ ਸੀ ਉਹ ਇਹ ਸ਼ੋਅ ਕਰ ਸਕਣ ਕਿ ਉਹਨਾਂ ਨੇ ਜੋ ਆਪਣਾ ਟਾਰਗੇਟ ਹੈਗਾ ਰਿਸੀਵ ਕਰ ਲਿਆ। ਅਤੇ ਥਰਡ ਹੈਗਾ ਇਨਕਮ ਸਮੂਥਿੰਗ। ਤਾਂ ਇਨਕਮ ਸਮੂਥਿੰਗ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਸਾਲ ਕੰਪਨੀ ਨੂੰ ਜ਼ਿਆਦਾ ਪ੍ਰੋਫਿਟਸ ਹੋਏ ਹੁੰਦੇ ਨੇ ਤਾਂ ਉਹਨਾਂ ਪ੍ਰੋਫਿਟਸ ਤੋਂ ਵਿੱਚੋਂ ਕੁਝ ਪ੍ਰੋਫਿਟਸ ਨੂੰ ਸਟੋਰ ਕਰ ਲਿਆ ਜਾਂਦਾ ਹੈ, ਅਤੇ ਜਿਹੜੇ ਸਾਲ ਕੰਪਨੀ ਨੂੰ ਬਿਲਕੁਲ ਪ੍ਰੋਫਿਟ ਨਹੀਂ ਹੁੰਦਾ ਤਾਂ ਉਹ ਪਹਿਲਾਂ ਜਿਹੜੇ ਸਟੋਰ ਕੀਤੇ ਹੋਏ ਪ੍ਰੋਫਿਟਸ ਹੁੰਦੇ ਨੇ ਉਹਨਾਂ ਨੂੰ ਯੂਟੀਲਾਈਜ਼ ਕਰ ਲਿਆ ਜਾਂਦਾ। ਤਾਂ ਇਹਦੇ ਨਾਲ ਜਿਹੜੀ ਹੈਗੀ ਹੈ ਇਨਕਮ ਹੈ ਜਿਹੜੀ ਉਹਦੇ 'ਚ ਸਮੂਥਿੰਗ ਬਣੀ ਰਹਿੰਦੀ ਹੈ। ਤਾਂ ਇਹ ਵੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕ੍ਰੀਏਟਿਵ ਅਕਾਊਂਟਿੰਗ ਦਾ ਹੀ ਪਾਰਟ ਹੈ, ਕਿਉਂਕਿ ਇਹਦੇ ਵਿੱਚ ਜਦੋਂ ਪ੍ਰੋਫਿਟ ਜ਼ਿਆਦਾ ਹੋਏ ਆ, ਮੈਕਸੀਮਮ ਪ੍ਰੋਫਿਟ ਜਿਵੇਂ ਕਹਿ ਸਕਦੇ ਹਾਂ ਆਪਾਂ ਨੂੰ ਹੋਏ ਆ, ਤਾਂ ਉਦੋਂ ਕੀ ਹੈਗਾ ਆਪਾਂ ਨੇ ਸ਼ੋਅ ਨਹੀਂ ਕੀਤੇ, ਯਾਨੀ ਕਿ ਉਹਨਾਂ 'ਚੋਂ ਕੁਛ ਜਿਹੜੇ ਹੈਗੇ ਸਟੋਰ ਕਰ ਲਏ। ਅਤੇ ਜਿਸ ਸਾਲ ਆਪਾਂ ਨੂੰ ਬਿਲਕੁਲ ਪ੍ਰੋਫਿਟ ਨਹੀਂ ਹੋਏ ਤਾਂ ਉਸ ਟਾਈਮ ਹੈ ਜਿਹੜੇ ਆਪਾਂ ਜਿਹੜੇ ਪਿਛਲੇ ਸਾਲ ਪ੍ਰੋਫਿਟ ਹੋਏ ਸੀ ਉਹਨਾਂ ਨੂੰ ਕੀ ਕਰ ਲਿਆ, ਆਪਾਂ ਨੇ ਯੂਟੀਲਾਈਜ਼ ਕਰ ਲਿਆ। ਅਤੇ ਫੋਰਥ ਹੈਗੇ ਆ ਫਰਾਡੂਲੈਂਟ ਫਾਈਨੈਂਸ਼ੀਅਲ ਰਿਪੋਰਟਿੰਗ। ਤਾਂ ਇੱਥੇ ਰਿਪੋਰਟਿੰਗ ਦੀ ਗੱਲ ਕੀਤੀ ਹੈ ਕਿ ਜਦੋਂ ਯੂਜ਼ਰਸ ਨੂੰ ਕੀ ਹੈਗਾ ਮਿਸ ਸਟੇਟਮੈਂਟਸ ਆ ਜਿਹੜੀਆਂ ਪ੍ਰੈਜ਼ੈਂਟ ਕੀਤੀਆਂ ਜਾਂਦੀਆਂ ਨੇ, ਜਾਣੀ ਕਿ ਆਪਣੇ ਰਿਜ਼ਲਟ ਹੈ ਜਿਹੜੇ ਉਹ ਕੀ ਕੀਤੇ ਜਾਂਦੇ, ਉਹਨਾਂ ਦਾ ਮਿਸ ਰੀਪ੍ਰੈਜ਼ੈਂਟੇਸ਼ਨ ਕੀਤਾ ਜਾਂਦਾ ਜਾਂ ਯੂਜ਼ਰਸ ਨੂੰ ਮਿਸਲੀਡ ਕੀਤਾ ਜਾਂਦਾ। ਤਾਂ ਉਹ ਕਿਵੇਂ ਕੀਤਾ ਜਾਂਦਾ ਕਿ ਜਿਵੇਂ ਆਪਾਂ ਕਹਿ ਸਕਦੇ ਹਾਂ ਜੋ ਵੀ ਆਪਣੀਆਂ ਅਮਾਊਂਟਸ ਸ਼ੋਅ ਕੀਤੀਆਂ ਹੁੰਦੀਆਂ ਜਾਂ ਜੋ ਵੀ ਡਿਸਕਲੋਜ਼ਰ ਕੀਤੇ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੀ ਹੇਰਾਫੇਰੀ ਕਰ ਦਿੱਤੀ ਜਾਂਦੀ ਹੈ, ਤਾਂ ਕਿ ਜੋ ਵੀ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਯੂਜ਼ਰਸ ਨੇ ਉਹਨਾਂ ਨੂੰ ਡਿਸੀਵ ਹੈ ਜਿਹੜਾ ਕੀਤਾ ਜਾ ਸਕੇ, ਯਾਨੀ ਕਿ ਉਹਨਾਂ ਨੂੰ ਧੋਖਾ ਦਿੱਤਾ ਜਾ ਸਕੇ। ਜਿਵੇਂ ਫੋਰ ਐਗਜ਼ਾਮਪਲ ਕਿ ਕੰਪਨੀ ਨੂੰ ਹੋ ਲੋਸ ਰਹੀ ਹੈ ਬਟ ਕੀ ਕੀਤਾ, ਰਿਪੋਰਟ ਕੀਤੀ ਜਦੋਂ ਯੂਜ਼ਰਸ ਨੂੰ ਆਪਣੇ ਅਕਾਊਂਟਸ ਸ਼ੋਅ ਕੀਤੇ ਪ੍ਰੈਜ਼ੈਂਟ ਕੀਤੇ ਤਾਂ ਆਪਾਂ ਨੇ ਪ੍ਰੋਫਿਟ ਸ਼ੋਅ ਕਰਤਾ। ਤਾਂ ਇਹਦੇ ਨਾਲ ਡੈਫੀਨੇਟਲੀ ਜੋ ਵੀ ਯੂਜ਼ਰਸ ਹੈਗੇ ਨੇ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਉਹ ਕੀ ਹੋਣਗੇ, ਮਿਸਲੀਡ ਹੋਣਗੇ। ਤਾਂ ਚਾਹੇ ਤਾਂ ਕਹਿੰਦੇ ਅੱਗੇ ਲਿਖਿਆ ਵੈਨ ਐਨੀ ਔਰ ਆਲ ਆਫ these ਸਟੈਪ ਯੂਜ਼ਡ ਇਨ ਪ੍ਰੈਪਰੇਸ਼ਨ ਆਫ ਫਾਈਨੈਂਸ਼ੀਅਲ ਸਟੇਟਮੈਂਟਸ ਇਜ਼ ਕਾਲਡ ਕ੍ਰੀਏਟਿਵ ਅਕਾਊਂਟਿੰਗ। ਜਾਣੀ ਕਿ ਚਾਹੇ ਤਾਂ ਉੱਪਰਲੇ ਚਾਰਾਂ 'ਚੋਂ ਕੋਈ ਵੀ ਇੱਕ ਮੈਥਡ ਤੁਸੀਂ ਅਡੋਪਟ ਕਰ ਲਿਆ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ, ਜਿਵੇਂ ਕਿ ਅਗਰੈਸਿਵ ਅਕਾਊਂਟਿੰਗ ਯੂਜ਼ ਕਰ ਲਈ ਜਾਂ ਅਰਨਿੰਗ ਮੈਨੇਜਮੈਂਟ ਜਾਂ ਕੋਈ ਵੀ ਇੱਕ ਮੈਥਡ, ਉਹਨੂੰ ਵੀ ਆਪਾਂ ਕ੍ਰੀਏਟਿਵ ਅਕਾਊਂਟਿੰਗ ਹੀ ਬੋਲਦੇ ਹਾਂ। ਜਾਂ ਫਿਰ ਤੁਸੀਂ ਸਾਰੇ ਹੀ ਯੂਜ਼ ਕਰ ਲਏ ਕਿ ਤੁਸੀਂ ਅਕਾਊਂਟਿੰਗ ਪ੍ਰਿੰਸੀਪਲ ਵੀ ਆਪਦੇ ਫਾਇਦੇ ਲਈ ਯੂਜ਼ ਕਰ ਰਹੇ ਹੋ, ਤੁਸੀਂ ਅਰਨਿੰਗ ਮੈਨੇਜਮੈਂਟ ਦੀ ਕੰਸੈਪਟ ਨੂੰ ਵੀ ਅਡੋਪਟ ਕਰ ਰਹੇ ਹੋ, ਤਾਂ ਤੁਸੀਂ ਆਪਦੀ ਜਿਹੜੀ ਇਨਕਮ ਸਮੂਥਿੰਗ ਆ ਉਹ ਵੀ ਯੂਜ਼ ਕਰ ਰਹੇ ਹੋ, ਤਾਂ ਯੂਜ਼ਰਸ ਨੂੰ ਵੀ ਤੁਸੀਂ ਮਿਸਲੀਡ ਕਰ ਰਹੇ ਹੋ। ਅਤੇ ਇਹਨਾਂ ਨੂੰ ਇਸ ਨੂੰ ਹੀ ਆਪਾਂ ਕਹਿੰਦੇ ਹੁੰਦੇ ਹਾਂ ਕ੍ਰੀਏਟਿਵ ਅਕਾਊਂਟਿੰਗ।
ऑब्जेक्टिव्स ऑफ क्रिएटिव अकाउंटिंग की किहड़े उद्देश ने क्रिएटिव अकाउंटिंग ਦੇ। फस्ट हैगा मैनुपलेट फॉर दी फर्म, यानी कि फर्म ਦੇ ਲਈ ਹੀ ਜਿਹੜਾ ਹੈਗਾ मैनुपलेशन ਕੀਤਾ ਜਾਂਦਾ ਹੈ कि ਜਿਹੜੀ ਇਹ मैनुपलेशन ਹੁੰਦੀ ਹੈ ਇਹਦੇ ਵਿੱਚ ਜਿਹੜਾ ਹੈਗਾ ਗਾ ਫਰਮ ਦੇ ਫੇਵਰ ਦੇ ਵਿੱਚ मैनुपलेशन ਕੀਤਾ ਜਾਂਦਾ ਹੈਗਾ। ਕਿਵੇਂ ਕੀਤਾ ਜਾਂਦਾ ਕਿ ਜਾਂ ਤਾਂ ਜਿਹੜੀ ਕੈਪੀਟਲ ਦੀ ਕੋਸਟ ਹੁੰਦੀ ਹੈ ਉਹਨੂੰ ਮਿਨੀਮਾਈਜ਼ ਕਰ ਦਿੱਤਾ ਜਾਂਦਾ ਜਾਂ ਜੋ ਪੋਲੀਟੀਕਲ ਕੋਸਟਸ ਹੈਗੀਆਂ ਗਾ ਜਿਵੇਂ ਕਿ ਟੈਕਸਿਸ ਵਗੈਰਾ ਹੋ ਗਏ, ਕੰਪੀਟੀਸ਼ਨ ਕੋਸਟ ਵਗੈਰਾ ਹੋ ਗਈ, ਇਨਵਾਇਰਮੈਂਟ ਕੋਸਟ ਵਗੈਰਾ ਹੋ ਗਈ, ਓਵਰਆਲ ਕੋਸਟ ਆ ਜਿਹੜੀ ਉਹਨੂੰ ਘੱਟ ਕਰ ਦਿੱਤਾ ਜਾਂਦਾ ਤਾਂ ਕਿ ਜਿਹੜਾ ਹੈਗਾ ਗਾ ਜ਼ਿਆਦਾ ਪ੍ਰੋਫਿਟ ਆ ਜਿਹੜੇ ਫਰਮ ਦੇ ਪੱਖ ਦੇ ਵਿੱਚ ਦਿਖਾਏ ਜਾ ਸਕਣ। ਸੈਕਿੰਡ ਹੈਗਾ ਗਾ मैनुपलेशन अगेंस्ट ਦੀ ਫਰਮ। ਤਾਂ ਕਈ ਵਾਰ ਹੁੰਦਾ ਹੈਗਾ ਕਿ ਫਰਮ ਦੇ ਅਗੇਂਸਟ ਵੀ ਜਿਹੜਾ ਹੈਗਾ ਅਕਾਊਂਟਸ ਦੀ मैनुपलेशन ਕੀਤੀ ਜਾਂਦੀ ਹੈ। ਕਿਉਂ ਕੀਤੀ ਜਾਂਦੀ ਹੈ? ਕਿਉਂਕਿ ਜਿਹੜੇ ਇੰਪਲੋਈ ਹੁੰਦੇ ਨੇ ਉਹ ਅਕਾਊਂਟਸ ਦੀ मैनुपलेशन ਤਾਂ ਕਰ ਦਿੰਦੇ ਨੇ ਤਾਂ ਕਿ ਉਹਨਾਂ ਨੂੰ ਜਿਹੜਾ ਹੈਗਾ ਗਾ ਬੋਨਸ ਵਗੈਰਾ ਮਿਲ ਸਕੇ ਕਿ ਜੇਕਰ ਉਹ ਕੰਪਨੀ ਦੇ ਵਿੱਚ ਜਿਹੜਾ ਹੈਗਾ ਗਾ ਜ਼ਿਆਦਾ ਪ੍ਰੋਫਿਟ ਵਗੈਰਾ ਸ਼ੋਅ ਕਰਨਗੇ ਅਕਾਊਂਟਸ ਦੇ ਵਿੱਚ ਮੈਨੂਪਲੇਟ ਕਰਕੇ ਤਾਂ ਉਹਨਾਂ ਨੂੰ ਹੋਊਗਾ ਕਿ ਉਹਨਾਂ ਦੀ ਸੈਲਰੀ ਦੇ ਵਿੱਚ ਵੀ ਵਾਧਾ ਹੋ ਸਕਦਾ ਅਤੇ ਉਹਨਾਂ ਨੂੰ ਬੋਨਸ ਵਗੈਰਾ ਵੀ ਮਿਲ ਸਕਦਾ। ਇਸ ਕਰਕੇ ਜਿਹੜਾ ਹੈਗਾ ਉਹ ਫਰਮ ਦੇ ਅਗੇਂਸਟ ਜਾ ਕੇ ਜਿਹੜਾ ਹੈਗਾ ਗਾ ਖੁਦ ਵੀ ਮੈਨੂਪਲੇਸ਼ਨ ਕਰ ਸਕਦੇ ਨੇ ਇੰਪਲੋਈ। ਥਰਡ ਹੈਗਾ ਇਨਕਮ ਸਮੂਥਿੰਗ। ਤਾਂ ਇਨਕਮ ਸਮੂਥਿੰਗ ਦੇ ਵਿੱਚ ਕੀ ਹੁੰਦਾ ਗਾ ਕਿ ਆਪਣੀ ਜਿਹੜੀ ਇਨਕਮ ਹੈਗੀ ਉਹ ਇਹ ਸ਼ੋਅ ਕਰ ਸਕੀਏ ਆਪਾਂ ਕਿ ਆਪਣੀ ਇਨਕਮ ਹੈ ਜਿਹੜੀ ਉਹਦੇ ਵਿੱਚ ਕੀ ਆ ਕੰਸਿਸਟੈਂਸੀ ਹੈ, ਯਾਨੀ ਕਿ ਕਦੇ ਵੀ ਇਹ ਨਹੀਂ ਹੋਇਆ ਕਿ ਜਿਹੜੀ ਕੰਪਨੀ ਹੈ ਜਿਹਨੂੰ ਬਿਲਕੁਲ ਵੀ ਜ਼ੀਰੋ ਇਨਕਮ ਹੋਈ ਹੋਵੇ। ਯਾਨੀ ਕਿ ਸਾਡੀ ਜਿਹੜੀ ਹੈਗੀ ਆ ਇਨਕਮ ਹੈ ਕੰਪਨੀ ਦੀ ਉਹ ਲਗਾਤਾਰ ਇੱਕੋ ਜਿਹੀ ਰਹਿੰਦੀ ਹੈ, ਯਾਨੀ ਕਿ ਉਹ 'ਚ ਗਰੋਥ ਹੈ ਜਿਹੜੀ ਹੁੰਦੀ ਰਹਿੰਦੀ ਹੈ। ਤਾਂ ਇਸ ਚੀਜ਼ ਨੂੰ ਸ਼ੋਅ ਕਰਨ ਦੇ ਲਈ ਕਿ ਕੰਪਨੀ ਕੀ ਕਰਦੀ ਹੈ ਕਿ ਜਿਸ ਸਾਲ ਜਿਹੜੀ ਹੈਗੀ ਆ ਉਹਨੂੰ ਪ੍ਰੋਫਿਟਸ ਹੋਏ ਹੁੰਦੇ ਨੇ ਉਹਦੇ 'ਚੋਂ ਪ੍ਰੋਫਿਟਸ ਸਟੋਰ ਕਰ ਲੈਂਦੀ ਹੈ ਅਤੇ ਜਿਸ ਸਾਲ ਉਹਨੂੰ ਲਾਸ ਹੋਈ ਹੋਵੇ ਤਾਂ ਉਸ ਸਾਲ ਉਹ ਯੂਟੀਲਾਈਜ਼ ਕਰ ਲੈਂਦੀ ਹੈ ਸਟੋਰ ਕੀਤੇ ਹੋਏ ਪ੍ਰੋਫਿਟਸ ਦਾ। ਤਾਂ ਯਾਨੀ ਕੀ ਹੈਗਾ ਇਨਕਮ ਸਮੂਥਿੰਗ ਦੇ ਲਈ ਵੀ ਜਿਹੜੀ ਕ੍ਰੀਏਟਿਵ ਅਕਾਊਂਟਿੰਗ ਯੂਜ਼ ਕੀਤੀ ਜਾਂਦੀ ਹੈ ਤਾਂ ਕਿ ਜਿਹੜੀ ਕੰਪਨੀ ਦੀ ਅਰਨਿੰਗਸ ਆ ਉਹਨਾਂ 'ਚ ਕੰਸਿਸਟੈਂਸੀ ਜਿਹੜੀ ਦਿਖਾਈ ਜਾ ਸਕੇ। ਫੋਰਥ ਹੈਗਾ ਗਾ ਵਿੰਡੋ ਡਰੈਸਿੰਗ ਬਿਫੋਰ ਫਾਈਨਾਂਸਿੰਗ ਈਵੈਂਟਸ ਲਾਈਕ IPO ਔਰ ਲੋਨ। ਯਾਨੀ ਕੀ ਹੈਗਾ ਕਿ ਜਦੋਂ ਕੋਈ ਕੰਪਨੀ ਨੇ ਜਿਹੜਾ ਹੈਗਾ ਫਾਈਨਾਂਸ ਲੈਣਾ ਹੁੰਦਾ ਹੈਗਾ, ਫਾਈਨਾਂਸ ਕਰਵਾਉਣਾ ਹੁੰਦਾ ਹੈਗਾ ਆਪਣੀ ਕੰਪਨੀ ਨੂੰ ਜਾਂ ਤਾਂ IPO ਦੇ ਥਰੂ ਯਾਨੀ ਕਿ ਇਨੀਸ਼ੀਅਲ ਪਬਲਿਕ ਆਫਰਿੰਗ ਦੇ ਥਰੂ ਜਾਂ ਫਿਰ ਲੋਨ ਵਗੈਰਾ ਲੈਣਾ ਹੁੰਦਾ ਤਾਂ ਲੋਨ ਵਗੈਰਾ ਲੈਣ ਤੋਂ ਪਹਿਲਾਂ ਜਾਂ ਆਫਰਿੰਗ ਕਰਨ ਤੋਂ ਪਹਿਲਾਂ ਵੀ ਜਿਹੜੀ ਕੰਪਨੀ ਆ ਉਹ ਵਿੰਡੋ ਡਰੈਸਿੰਗ ਕਰਦੀ ਆ ਤਾਂ ਕਿ ਕੰਪਨੀ ਦੇ ਜਿਹੜੀਆਂ ਸਟੇਟਮੈਂਟਸ ਨੇ ਉਹ ਕੰਪਨੀ ਦੀ ਪੋਜੀਸ਼ਨ ਨੂੰ ਅਟਰੈਕਟਿਵ ਬਣਾ ਸਕਣ ਕਿ ਜੋ ਵੀ ਪਰਸਨ ਉਹਨਾਂ ਨੂੰ ਲੋਨ ਦੇਊਗਾ ਜਾਂ IPO ਦੇ ਥਰੂ ਜਿਹੜਾ ਉਹਨੂੰ ਫਾਈਨਾਂਸ ਪ੍ਰੋਵਾਈਡ ਕਰਵਾਊਗਾ ਉਹ ਜਿਹੜਾ ਹੈਗਾ ਗਾ ਕੰਪਨੀ ਦੀ ਪੋਜੀਸ਼ਨ ਵੱਲ ਅਟਰੈਕਟ ਹੋਵੇ, ਉਹ ਸੋਚੇ ਕਿ ਹਾਂ ਮੈਂ ਇਹਨੂੰ ਜੇਕਰ ਇਹਦੇ ਵਿੱਚ ਇਨਵੈਸਟ ਕਰਦਾ ਜਾਂ ਲੋਨ ਦਿੰਦਾ ਤਾਂ ਮੇਰਾ ਲੋਨ ਵਗੈਰਾ ਇਨਵੈਸਟਮੈਂਟ ਵਗੈਰਾ ਜਿਹੜੀ ਸੇਫ ਹੈ। ਫਿਫਥ ਹੈਗਾ ਗਾ ਟੈਕਸੇਸ਼ਨ। ਤਾਂ ਟੈਕਸੇਸ਼ਨ ਦੇ ਬੈਨੀਫਿਟਸ ਲੈਣ ਦੇ ਲਈ ਵੀ ਕ੍ਰੀਏਟਿਵ ਅਕਾਊਂਟਿੰਗ ਯੂਜ਼ ਕੀਤੀ ਜਾਂਦੀ ਹੈ ਕਿ ਜਾਣ ਬੁੱਝ ਕੇ ਜਿਹੜਾ ਹੈਗਾ ਪ੍ਰੋਫਿਟ ਘੱਟ ਕਰ ਲਿਆ ਜਾਂਦਾ ਕਿਉਂਕਿ ਜਿੰਨਾ ਜ਼ਿਆਦਾ ਪ੍ਰੋਫਿਟ ਕੰਪਨੀ ਦੇ ਵਿੱਚ ਹੋਊਗਾ ਤਾਂ ਉਨਾ ਹੀ ਜ਼ਿਆਦਾ ਜਿਹੜਾ ਕੰਪਨੀ ਨੂੰ ਟੈਕਸ ਪੇ ਕਰਨਾ ਪਊਗਾ। ਤਾਂ ਟੈਕਸ ਦੇ ਬੈਨੀਫਿਟ ਲੈਣ ਦੇ ਲਈ ਵੀ ਜਿਹੜੇ ਹੈਗੇ ਖਰਚੇ ਜਿਹੜੇ ਵਧਾ ਦਿੱਤੇ ਜਾਂਦੇ ਨੇ ਤਾਂ ਉਸ ਟਾਈਮ ਵੀ ਜਿਹੜਾ ਹੈਗਾ ਕ੍ਰੀਏਟਿਵ ਅਕਾਊਂਟਿੰਗ ਯੂਜ਼ ਕੀਤੀ ਜਾਂਦੀ ਹੈ। ਸਿਕਸਥ ਹੈਗਾ ਚੇਂਜ ਇਨ ਮੈਨੇਜਮੈਂਟ। ਤਾਂ ਮੈਨੇਜਮੈਂਟ ਦੇ ਵਿੱਚ ਚੇਂਜਿਸ ਆਉਣ ਦੇ ਨਾਲ ਵੀ ਜਿਹੜੀ ਹੈਗੀ ਆ ਕ੍ਰੀਏਟਿਵ ਅਕਾਊਂਟਿੰਗ ਯੂਜ਼ ਕੀਤੀ ਜਾਂਦੀ ਹੈ। ਜੋ ਵੀ ਜਿਹੜਾ ਨਿਊ ਮੈਨੇਜਰ ਆਉਂਦਾ ਉਹ ਆ ਕੇ ਜਿਹੜਾ ਹੈਗਾ ਕੰਪਨੀ ਦੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਵਿੰਡੋ ਡਰੈਸਿੰਗ ਜਿਹੜੀ ਕਰਦਾ ਹੈਗਾ ਤਾਂ ਕਿ ਉਹ ਇਹ ਸ਼ੋਅ ਕਰ ਸਕੇ ਜੋ ਵੀ ਉਹਦੇ ਤੋਂ ਪਹਿਲਾਂ ਜਿਹੜਾ ਮੈਨੇਜਰ ਸੀਗਾ ਉਹ ਉਸ ਟਾਈਮ ਸੀਗਾ ਜਿਹੜਾ ਕੰਪਨੀ ਲਾਸ ਬੀਅਰ ਕਰ ਰਹੀ ਸੀ, ਬਟ ਹੁਣ ਜਿਹੜਾ ਹੈਗਾ ਗਾ ਮੇਰੇ ਆਉਣ ਦੇ ਨਾਲ ਕੀ ਹੋਏਗਾ ਕਿ ਜਿਹੜੀ ਕੰਪਨੀ ਆ ਉਸ ਨੂੰ ਕੀ ਹੋ ਰਹੇ ਨੇ ਪ੍ਰੋਫਿਟਸ ਹੋ ਰਹੇ ਨੇ। ਤਾਂ ਇਸ ਕਰਕੇ ਜਿਹੜੇ ਹੈਗੇ ਇਹ ਹੈਗੇ ਨੇ ਆਬਜੈਕਟਿਵਸ ਆਫ ਕ੍ਰੀਏਟਿਵ ਅਕਾਊਂਟਿੰਗ ਜਿਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਾਂ ਤਾਂ ਜਿਹੜਾ ਹੈਗਾ ਗਾ ਮੈਨੂਪਲੇਸ਼ਨ ਕੀਤਾ ਜਾਂਦਾ ਫਰਮ ਦੇ ਲਈ ਜਾਂ ਮੈਨੂਪਲੇਸ਼ਨ ਕੀਤਾ ਜਾਂਦਾ ਫਰਮ ਦੇ ਅਗੇਂਸਟ ਜਾਂ ਜਿਹੜਾ ਹੈਗਾ ਇਨਕਮ ਸਮੂਥਿੰਗ ਦੇ ਲਈ ਜਾਂ ਵਿੰਡੋ ਡਰੈਸਿੰਗ ਦੇ ਲਈ ਜਾਂ ਫਿਰ ਜਿਹੜਾ ਹੈਗਾ ਗਾ ਟੈਕਸੇਸ਼ਨ ਪਰਪਸ ਦੇ ਲਈ ਕ੍ਰੀਏਟਿਵ ਅਕਾਊਂਟਿੰਗ ਨੂੰ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਟੌਪਿਕ ਹੈਗਾ ਗਾ ਰੀਜ਼ਨਸ ਆਫ ਕ੍ਰੀਏਟਿਵ ਅਕਾਊਂਟਿੰਗ। ਜੇ ਆਪਾਂ ਪ੍ਰੈਕਟੀਕਲੀ ਦੇਖੀਏ ਤਾਂ ਕ੍ਰੀਏਟਿਵ ਅਕਾਊਂਟਿੰਗ ਦੇ ਵਿੱਚ ਕਾਫੀ ਕੋਸਟ ਆ ਜਿਹੜੀ ਇਨਵੋਲਵ ਹੁੰਦੀ ਹੈ, ਪਲੱਸ ਮਾਈਂਡ ਵੀ ਕਾਫੀ ਇਨਵੋਲਵ ਹੁੰਦਾ ਹੈ। ਅਤੇ ਸਭ ਤੋਂ ਵੱਡੀ ਗੱਲ ਵੀ ਜੇਕਰ ਇਹ ਗੱਲ ਪਬਲਿਕਲੀ ਡਿਸਕਲੋਜ਼ ਹੋ ਜਾਏ ਕਿ ਆਹ ਵਾਲੀ ਪਰਟੀਕੂਲਰ ਕੰਪਨੀ ਨੇ ਕ੍ਰੀਏਟਿਵ ਅਕਾਊਂਟਿੰਗ ਯੂਜ਼ ਕੀਤੀ ਹੈ ਤਾਂ ਉਹਦੇ ਨਾਲ ਉਹਦੀ ਸਾਰੀ ਰੈਪੂਟੇਸ਼ਨ ਖਰਾਬ ਹੋ ਸਕਦੀ ਹੈ, ਖ਼ਤਮ ਹੋ ਸਕਦੀ ਹੈ। ਫਿਰ ਵੀ ਜਦੋਂ ਪਤਾ ਵੀ ਇਹਦਾ ਜਿਹੜਾ ਹੈਗਾ ਰਿਜ਼ਲਟ ਇੰਨਾ ਮਾੜਾ ਨਿਕਲੂ ਤਾਂ ਫਿਰ ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਕੰਪਨੀਜ਼ ਨੇ ਜੋ ਕ੍ਰੀਏਟਿਵ ਅਕਾਊਂਟਿੰਗ ਯੂਜ਼ ਕਰਦੀਆਂ। ਤਾਂ ਲਿਖਿਆ ਹੋਇਆ ਕਹਿੰਦੇ ਕਿ ਜੋ ਵੀ ਆਪਣਾ ਮੈਨੂਪਲੇਟਿਵ ਜਾਂ ਕ੍ਰੀਏਟਿਵ ਅਕਾਊਂਟਿੰਗ ਜਿਹੜੀ ਅਡੋਪਟ ਕਰਦੀਆਂ ਕੰਪਨੀਜ਼ ਤਾਂ ਉਹ ਡਿਪੈਂਡ ਕਰਦਾ ਹੈ ਜਾਂ ਤਾਂ ਜਿਹੜੀ ਹੈਗੀ ਸਿਚੁਏਸ਼ਨ, ਯਾਨੀ ਕਿ ਸਿਚੁਏਸ਼ਨ ਹੀ ਐਵੇਂ ਦੀ ਬਣ ਜਾਂਦੀ ਹੈ ਕਿ ਕ੍ਰੀਏਟਿਵ ਅਕਾਊਂਟਿੰਗ ਨੂੰ ਯੂਜ਼ ਕੀਤਾ ਜਾਂਦਾ ਹੈ ਅਤੇ ਜਾਂ ਫਿਰ ਕਿ ਅਲਾਈਨ ਇੰਟਰਸਟ ਅਮੰਗ ਡਿਫਰੈਂਟ ਯੂਜ਼ਰ, ਯਾਨੀ ਕਿ ਅਲੱਗ-ਅਲੱਗ ਯੂਜ਼ਰਸ ਨੂੰ ਪ੍ਰੋਫਿਟ ਜਾਂ ਕਹਿ ਸਕਦੇ ਹਾਂ ਫਾਇਦਾ ਦੇਣ ਦੇ ਲਈ ਜਿਹੜੀ ਹੈਗੀ ਹੈ ਕ੍ਰੀਏਟਿਵ ਅਕਾਊਂਟਿੰਗ ਨੂੰ ਯੂਜ਼ ਕੀਤਾ ਜਾਂਦਾ ਹੈ।
ਨੈਕਸਟ ਲਿਖਿਆ ਹੈ ਕਹਿੰਦੇ ਕ੍ਰੀਏਟਿਵ ਅਕਾਊਂਟਿੰਗ ਵਿਲ ਬੈਨੀਫਿਟ ਵਨ ਗਰੁੱਪ ਐਟ ਦੀ ਕੋਸਟ ਆਫ ਅਦਰ ਗਰੁੱਪ। ਡੈਫੀਨੇਟਲੀ ਕਿ ਜੇਕਰ ਕ੍ਰੀਏਟਿਵ ਅਕਾਊਂਟਿੰਗ ਦੇ ਨਾਲ ਕਿਸੇ ਇੱਕ ਗਰੁੱਪ ਨੂੰ ਜਿਹੜਾ ਹੈਗਾ ਪ੍ਰੋਫਿਟ ਹੋਊਗਾ ਤਾਂ ਦੂਜੇ ਗਰੁੱਪ ਨੂੰ ਉਹਦੀ ਕੋਸਟ ਆ ਜਿਹੜੀ ਬੀਅਰ ਕਰਨੀ ਪਊਗੀ। ਤਾਂ ਮੇਨਲੀ ਜਿਹੜੇ ਹੈਗੇ ਆ ਮੇਜਰਲੀ 4 ਗਰੁੱਪ ਹੁੰਦੇ ਨੇ। ਫਸਟ ਹੈਗਾ ਗਾ ਮੈਨੇਜਰ ਗਰੁੱਪ ਯਾਨੀ ਕਿ ਮੈਨੇਜਮੈਂਟ। ਤਾਂ ਮੈਨੇਜਮੈਂਟ ਦਾ ਮੇਨ ਫੋਕਸ ਹੁੰਦਾ ਹੈ ਆਪਣੀ ਯੂਟਿਲਿਟੀ ਨੂੰ ਮੈਕਸੀਮਮ ਕਰਨਾ, ਯਾਨੀ ਕਿ ਉਹ ਆਪ ਦਾ ਫਾਇਦਾ ਦੇਖਦੀ ਆ, ਉਹ ਆਪਦੇ ਜਿਹੜੇ ਇੰਟਰਸਟ ਹੁੰਦੇ ਆ ਉਹਨੂੰ ਵਧਾਉਣਾ ਚਾਹੁੰਦੀ ਆ, ਤਾਂ ਇਸ ਕਰਕੇ ਜਿਹੜਾ ਹੈਗਾ ਉਹ ਆਪ ਦੇ ਪੱਖ ਦੇ ਵਿੱਚ ਮੈਨੂਪਲੇਸ਼ਨ ਕਰਦੀ ਹੈ। ਸੈਕਿੰਡ ਹੁੰਦੇ ਸ਼ੇਅਰ ਹੋਲਡਰ। ਤਾਂ ਸ਼ੇਅਰ ਹੋਲਡਰਸ ਦਾ ਮੇਨ ਫੋਕਸ ਹੁੰਦਾ ਡਿਵੀਡੈਂਡ 'ਤੇ। ਸ਼ੇਅਰ ਹੋਲਡਰਸ ਚਾਹੁੰਦੇ ਨੇ ਕਿ ਉਹਨਾਂ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਡਿਵੀਡੈਂਡ ਮਿਲ ਸਕੇ। ਥਰਡ ਹੁੰਦੇ ਨੇ ਇੰਪਲੋਈਜ਼। ਤਾਂ ਇੰਪਲੋਈਜ਼ ਦਾ ਮੇਨ ਫੋਕਸ ਹੁੰਦਾ ਹੈ ਸੈਲਰੀ 'ਤੇ ਜਾਂ ਬੋਨਸ 'ਤੇ। ਤਾਂ ਉਹ ਇਸ ਨੂੰ ਧਿਆਨ 'ਚ ਰੱਖਦੇ ਹੋਏ ਮੈਨੂਪਲੇਸ਼ਨ ਕਰਦੇ ਨੇ ਤਾਂ ਕਿ ਜੇਕਰ ਇਨਕਮ ਜਾਂ ਕਹਿ ਸਕਦੇ ਪ੍ਰੋਫਿਟਸ ਇਨਕਰੀਜ਼ ਹੋਣਗੇ ਕੰਪਨੀ ਦੇ ਤਾਂ ਉਹਨਾਂ ਨੂੰ ਜਿਹੜਾ ਹੈਗਾ ਸੈਲਰੀ ਦੇ ਵਿੱਚ ਵਾਧਾ ਹੋਊਗਾ ਉਹਨਾਂ ਦੀ, ਅਤੇ ਜਾਂ ਬੋਨਸ ਵਗੈਰਾ ਜਿਹੜਾ ਮਿਲਣ ਦੇ ਚਾਂਸਿਸ ਵੱਧ ਜਾਂਦੇ ਨੇ ਜਦੋਂ ਕੰਪਨੀ ਨੂੰ ਪ੍ਰੋਫਿਟ ਹੁੰਦਾ ਹੈ। ਤਾਂ ਇਸ ਕਰਕੇ ਜਿਹੜਾ ਹੈਗਾ ਉਹ ਮੈਨੂਪਲੇਸ਼ਨ ਕਰਦੇ ਨੇ। ਅਤੇ ਫੋਰਥ ਹੈਗਾ ਗਵਰਨਮੈਂਟ। ਤਾਂ ਗਵਰਨਮੈਂਟ ਦਾ ਮੇਨ ਫੋਕਸ ਹੁੰਦਾ ਟੈਕਸਿਸ 'ਤੇ। ਤਾਂ ਗਵਰਨਮੈਂਟ ਨੂੰ ਇਹ ਹੁੰਦਾ ਕਿ ਮੈਨੂੰ ਵੱਧ ਤੋਂ ਵੱਧ ਜਿਹੜੇ ਟੈਕਸਿਸ ਮਿਲਣ, ਕਿਉਂਕਿ ਜਿਹੜਾ ਆਪਾਂ ਦੇਖੀਏ ਤਾਂ ਗਵਰਨਮੈਂਟ ਦੀ ਜਿਹੜੀ ਹੈਗੀ ਹੈ ਮੇਜਰ ਰਿਵੈਨਿਊ ਸੋਰਸ ਕੀ ਹੈਗਾ ਉਹ ਹੈਗਾ ਟੈਕਸਿਸ। ਤਾਂ ਨੈਕਸਟ ਲਿਖਿਆ ਕ੍ਰੀਏਟਿਵ ਅਕਾਊਂਟਿੰਗ ਰਿਜ਼ਲਟਸ ਇਨ ਚੇਂਜਿੰਗ ਦੀ ਰਿਪੋਰਟਡ ਅਰਨਿੰਗਸ। ਯਾਨੀ ਕਿ ਜੋ ਵੀ ਆਪਣੀਆਂ ਅਰਨਿੰਗਸ ਆਪਾਂ ਸ਼ੋਅ ਕਰ ਰਹੇ ਹਾਂ ਯੂਜ਼ਰਸ ਨੂੰ, ਉਹਨਾਂ ਦੇ ਵਿੱਚ ਹੀ ਚੇਂਜਿਸ ਕੀਤਾ ਜਾਂਦਾ ਹੈ। ਕਿਵੇਂ ਕੀਤਾ ਜਾਂਦਾ? ਜਾਂ ਤਾਂ ਉਹਨਾਂ ਨੂੰ ਵਧਾ ਦਿੱਤਾ ਜਾਂਦਾ ਜਾਂ ਫਿਰ ਉਹਨਾਂ ਨੂੰ ਕੀ ਕੀਤਾ ਜਾਂਦਾ ਘਟਾ ਦਿੱਤਾ ਜਾਂਦਾ ਹੈ। ਤਾਂ ਮੇਜਰ ਰੀਜ਼ਨਸ ਕੀ ਨੇ, ਕੀ ਕਾਰਨ ਨੇ ਜਿਨ੍ਹਾਂ ਕਰਕੇ ਮੈਨੂਪਲੇਸ਼ਨ ਕੀਤਾ ਜਾਂਦਾ ਅਕਾਊਂਟਸ ਦਾ? ਤਾਂ ਫਸਟ ਹੈਗਾ ਗਾ ਟੂ ਓਬਟੇਨ ਐਡੀਸ਼ਨਲ ਫਾਈਨੈਂਸਿੰਗ ਫਰੋਮ ਬੈਂਕਸ। ਕਿ ਜਦੋਂ ਕੰਪਨੀਜ਼ ਨੇ ਬੈਂਕ ਵਗੈਰਾ ਤੋਂ ਲੋਨ ਲੈਣਾ ਹੁੰਦਾ ਹੈਗਾ ਤਾਂ ਉਸ ਕੇਸ ਦੇ ਵਿੱਚ ਉਹ ਕੀ ਕਰਦੀ ਹੈਗੀ ਆਪਣੇ ਅਕਾਊਂਟਸ ਨੂੰ ਮੈਨੂਪਲੇਟ ਕਰ ਦਿੰਦੀ ਹੈ ਤਾਂ ਕਿ ਜੋ ਵੀ ਲੋਨ ਪ੍ਰੋਵਾਈਡ ਕਰਨ ਵਾਲੇ ਬੈਂਕਸ ਨੇ ਜਾਂ ਜੋ ਹੋਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੇ ਉਹ ਕੰਪਨੀ ਦੀ ਫਾਈਨੈਂਸ਼ੀਅਲ ਪੋਜੀਸ਼ਨ ਵੱਲ ਅਟਰੈਕਟ ਹੋਣ ਅਤੇ ਉਹਨਾਂ ਨੂੰ ਜਿਹੜਾ ਹੈਗਾ ਗਾ ਫਾਈਨਾਂਸ ਪ੍ਰੋਵਾਈਡ ਕਰਵਾ ਦੇਣਾ। ਸੈਕਿੰਡ ਹੁੰਦਾ ਗਾ ਟੂ ਇਨਫਲੇਟ ਦੀ ਸ਼ੇਅਰ ਪ੍ਰਾਈਜ਼। ਜਦੋਂ ਕੰਪਨੀ ਦੀ ਜਿਹੜੀ ਹੈਗੀ ਆ ਅਰਨਿੰਗਸ ਦੇ ਵਿੱਚ ਵਾਧਾ ਹੁੰਦਾ ਹੈ ਤਾਂ ਉਹਦੇ ਨਾਲ ਕੰਪਨੀ ਦੇ ਸ਼ੇਅਰ ਪ੍ਰਾਈਜ਼ ਦੇ ਵਿੱਚ ਵੀ ਵਾਧਾ ਹੁੰਦਾ ਹੈ। ਤਾਂ ਇਸ ਕਰਕੇ ਕੰਪਨੀ ਆਪਦੇ ਸ਼ੇਅਰਸ ਦਾ ਪ੍ਰਾਈਜ਼ ਵਧਾਉਣ ਦੇ ਲਈ ਵੀ ਆਪਣੀਆਂ ਅਰਨਿੰਗਸ ਨੂੰ ਮੈਨੂਪਲੇਟ ਕਰ ਦਿੰਦੀ ਹੈ ਤਾਂ ਕਿ ਉਹਨਾਂ ਦਾ ਸਟਾਕ ਪ੍ਰਾਈਜ਼ ਆ ਜਿਹੜਾ ਉਹ ਇਨਕਰੀਜ਼ ਹੋ ਸਕੇ। ਥਰਡ ਹੈਗਾ ਟੂ ਅਟਰੈਕਟ ਦੀ ਪੋਟੈਂਸ਼ੀਅਲ ਇਨਵੈਸਟਰਸ। ਜਦੋਂ ਵੀ ਕੋਈ ਇਨਵੈਸਟਰ ਕੰਪਨੀ ਦੇ ਵਿੱਚ ਇਨਵੈਸਟ ਕਰਨਾ ਚਾਹੁੰਦਾ ਹੈਗਾ ਤਾਂ ਉਹ ਸਾਰਿਆਂ ਨਾਲੋਂ ਪਹਿਲਾਂ ਕੰਪਨੀ ਦੀਆਂ ਜਿਹੜੀਆਂ ਹੈਗੀਆਂ ਗਾ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ ਦੇਖਦਾ ਹੈ, ਉਹ ਅਨੈਲਿਸਿਸ ਕਰਦਾ ਹੈ ਕੰਪਨੀ ਦੀ ਪੋਜੀਸ਼ਨ ਦਾ। ਤਾਂ ਇਸ ਕਰਕੇ ਜੋ ਵੀ ਪੋਟੈਂਸ਼ੀਅਲ ਇਨਵੈਸਟਰਸ ਨੇ ਜੋ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਅਟਰੈਕਟ ਕਰਨ ਦੇ ਲਈ ਵੀ ਕੰਪਨੀ ਹੈ ਜਿਹੜੀ ਉਹ ਆਪਦੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਆ ਜਿਹੜੀਆਂ ਆਪਣੇ ਫੇਵਰ ਦੇ ਵਿੱਚ ਬਣਾਉਣ ਦੇ ਲਈ ਮੈਨੂਪਲੇਸ਼ਨ ਕਰ ਦਿੰਦੀ ਹੈ। ਅੱਗੇ ਫੋਰਥ ਹੈਗਾ ਗਾ ਫਰਮਸ ਪ੍ਰੈਫਰ ਫੋਰ ਇਨਕਮ ਸਮੂਥਿੰਗ। ਤਾਂ ਇਨਕਮ ਸਮੂਥਿੰਗ ਦੇ ਲਈ ਵੀ ਕ੍ਰੀਏਟਿਵ ਅਕਾਊਂਟਿੰਗ ਹੈ ਜਿਹੜੀ ਯੂਜ਼ ਕੀਤੀ ਜਾਂਦੀ ਹੈ। ਤਾਂ ਇਨਕਮ ਸਮੂਥਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਜਿਸ ਸਾਲ ਪ੍ਰੋਫਿਟ ਜ਼ਿਆਦਾ ਹੋਏ ਹੋਣ ਤਾਂ ਉਹਨਾਂ ਨੂੰ ਸਟੋਰ ਕਰ ਲਿਆ ਜਾਂਦਾ ਹੈਗਾ, ਅਤੇ ਜਿਸ ਸਾਲ ਪ੍ਰੋਫਿਟ ਹੈ ਜਿਹੜੇ ਜਾਂ ਤਾਂ ਘੱਟ ਹੋਏ ਹੋਣ ਜਾਂ ਬਿਲਕੁਲ ਵੀ ਨਾ ਹੋਏ ਹੋਣ ਤਾਂ ਉਸ ਟਾਈਮ ਉਹਨਾਂ ਸਟੋਰ ਕੀਤੇ ਹੋਏ ਪ੍ਰੋਫਿਟਸ ਨੂੰ ਯੂਜ਼ ਕਰ ਲਿਆ ਜਾਂਦਾ ਹੈ ਤਾਂ ਕਿ ਜਿਹੜੀ ਹੈਗੀ ਹੈ ਇਨਕਮ ਦੇ ਵਿੱਚ ਸਮੂਥਿੰਗ ਬਣੀ ਰਵੇ। ਇਹਦੇ ਪਿੱਛੇ ਰੀਜ਼ਨ ਕੀ ਹੈ ਕਿ ਇਨਵੈਸਟਰਸ ਨੇ ਜਿਹੜੇ ਉਹ ਵਾਲੀਆਂ ਕੰਪਨੀਜ਼ ਨੂੰ ਜ਼ਿਆਦਾ ਪ੍ਰੈਫਰ ਕਰਦੇ ਹੁੰਦੇ ਨੇ ਜਿਹੜੀਆਂ ਕੰਪਨੀਜ਼ ਸਮੂਥਲੀ ਚੱਲ ਰਹੀਆਂ ਹੋਣ ਐਜ਼ ਕੰਪੈਰੀਜ਼ਨ ਉਹਨਾਂ ਕੰਪਨੀਆਂ ਦੇ ਜਿਨ੍ਹਾਂ ਦੇ ਵਿੱਚ ਜਿਹੜੇ ਹੈਗੇ ਅਪ ਡਾਊਨ ਜ਼ਿਆਦਾ ਆਉਂਦੇ ਹੋਣ। ਤਾਂ ਇਸ ਵੇ ਨਾਲ ਕੀ ਹੁੰਦਾ ਹੈਗਾ ਕਿ ਜਦੋਂ ਕੰਪਨੀਜ਼ ਨੂੰ ਜ਼ਿਆਦਾ ਪ੍ਰੋਫਿਟ ਹੋਏ ਤਾਂ ਉਹ ਕੁਛ ਸਟੋਰ ਕਰ ਲੂਗੀ, ਅਤੇ ਜਦੋਂ ਜਿਹੜੇ ਪ੍ਰੋਫਿਟ ਨਾ ਹੋਏ ਹੋਣ ਤਾਂ ਉਦੋਂ ਪਹਿਲਾਂ ਵਾਲੇ ਪ੍ਰੋਫਿਟਸ ਨੂੰ ਯੂਜ਼ ਕਰ ਲੂਗੀ ਤਾਂ ਕਿ ਉਹ ਜਿਹੜੇ ਇਨਵੈਸਟਰਸ ਨੂੰ ਸ਼ੋਅ ਕਰ ਸਕੇ ਕਿ ਸਾਡੀਆਂ ਜਿਹੜੀਆਂ ਅਰਨਿੰਗਸ ਨੇ ਉਹਨਾਂ ਦੇ ਵਿੱਚ ਕੀ ਹੈਗਾ ਸਮੂਥਿੰਗ ਹੈਗੀ, ਸਾਡੀਆਂ ਅਰਨਿੰਗਸ ਨੇ ਜਿਹੜੀਆਂ ਉਹ ਕੰਸਿਸਟੈਂਸੀ ਜਿਹੜੀ ਉਹਨਾਂ ਦੇ ਵਿੱਚ ਹੈਗੀ ਆ ਕਿ ਸਾਡੇ ਕੰਪਨੀ ਦੇ ਵਿੱਚ ਜਿਹੜੇ ਹੈਗਾ ਜ਼ਿਆਦਾ ਉਤਾਰ ਚੜਾਵ ਨਹੀਂ ਆਉਂਦੇ। ਨੈਕਸਟ ਹੈਗਾ ਬਾਥ ਅਕਾਊਂਟਿੰਗ। ਤਾਂ ਬਾਥ ਅਕਾਊਂਟਿੰਗ ਦੇ ਵਿੱਚ ਕੀ ਕੀਤਾ ਜਾਂਦਾ ਕਿ 1 ਸਾਲ ਹੈ ਜਿਹੜਾ ਕੰਪਨੀ ਦੇ ਪ੍ਰੋਫਿਟ ਬਿਲਕੁਲ ਘਟਾ ਦਿੱਤੇ ਜਾਂਦੇ ਨੇ ਅਤੇ ਫਿਰ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਹੈਗਾ ਤਾਂ ਕਿ ਪ੍ਰੋਫਿਟਸ ਨੂੰ ਵਧਾ ਕੇ ਦਿਖਾਇਆ ਜਾ ਸਕੇ। ਤਾਂ ਮੇਨਲੀ ਉਦੋਂ ਹੀ ਹੁੰਦਾ ਜਦੋਂ ਕਿ ਮੈਨੇਜਮੈਂਟ ਦੇ ਵਿੱਚ ਚੇਂਜ ਆਇਆ ਹੋਵੇ। ਤਾਂ ਜਿਹੜੀ ਆਪਣੀ ਪ੍ਰੀਵੀਅਸ ਮੈਨੇਜਮੈਂਟ ਹੁੰਦੀ ਆ ਉਹਦੀ ਨਾਕਾਮੀ ਨੂੰ ਦਿਖਾਉਣ ਲਈ, ਯਾਨੀ ਕਿ ਜੋ ਨਿਊ ਮੈਨੇਜਮੈਂਟ ਆਈ ਹੈ, ਯਾਨੀ ਕਿ ਮੈਨੇਜਮੈਂਟ ਦਾ ਕੋਈ ਪਰਸਨ ਚੇਂਜ ਹੋਇਆ ਤਾਂ ਉਹ ਨਿਊ ਪਰਸਨ ਆ ਕੇ ਇੱਕ ਵਾਰ ਕੀ ਕਰੂਗਾ ਸਾਰੇ ਪ੍ਰੋਫਿਟਸ ਆ ਜਿਹੜੇ ਉਹ ਬਿਲਕੁਲ ਕੀ ਕਰ ਦੂਗਾ ਜ਼ੀਰੋ ਕਰ ਦੂਗਾ, ਯਾਨੀ ਕਿ ਅਰਨਿੰਗਸ ਨੂੰ ਜਿਹੜਾ ਹੈਗਾ ਗਾ ਰਿਡਿਊਸ ਕਰਕੇ ਸ਼ੋਅ ਕਰੂਗਾ ਤਾਂ ਕਿ ਉਹ ਇਹ ਦਿਖਾ ਸਕੇ ਕਿ ਜਿਹੜਾ ਮੇਰੇ ਤੋਂ ਪਹਿਲਾਂ ਪਰਸਨ ਕੰਮ ਕਰ ਰਿਹਾ ਸੀਗਾ ਉਹਦੇ ਕੰਮ ਕਰਨ ਟਾਈਮ ਜਿਹੜਾ ਹੈਗਾ ਗਾ ਕੰਪਨੀ ਬਿਲਕੁਲ ਲੋਸ 'ਚ ਜਾ ਰਹੀ ਸੀ, ਅਤੇ ਹੁਣ ਜਿਹੜਾ ਹੈਗਾ ਮੈਂ ਆ ਕੇ ਇਸ ਲੋਸ ਨੂੰ ਪ੍ਰੋਫਿਟ ਦੇ ਵਿੱਚ ਕਨਵਰਟ ਕੀਤਾ, ਯਾਨੀ ਕਿ ਜਦੋਂ ਮੈਂ ਕੰਮ ਕਰਨਾ ਸਟਾਰਟ ਕੀਤਾ ਤਾਂ ਕੰਪਨੀ ਦੇ ਪ੍ਰੋਫਿਟਸ ਵੱਧ ਗਏ ਨੇ। ਤਾਂ ਬਾਥ ਅਕਾਊਂਟਿੰਗ ਦੇ ਵਿੱਚ ਮੇਨਲੀ ਇਹੀ ਹੁੰਦਾ ਹੈ ਕਿ 1 ਸਾਲ ਹੈ ਜਿਹੜਾ ਕੰਪਨੀ ਨੂੰ ਬਿਲਕੁਲ ਲੋਸ ਦੇ ਵਿੱਚ ਦਿਖਾ ਦਿੱਤਾ ਜਾਂਦਾ ਹੈਗਾ ਤਾਂ ਕਿ ਜਿਹੜੇ ਅਗਲੇ ਸਾਲ ਹੈਗੇ ਆ ਉਹਨਾਂ ਦੇ ਵਿੱਚ
ਕੰਪਨੀਜ਼ ਦੇ ਪ੍ਰੋਫਿਟਸ ਆ ਜਿਹੜੇ ਵੱਧਦੇ ਹੋਏ ਦਿਖਾਏ ਜਾ ਸਕਣ, ਅਤੇ ਮੇਨਲੀ ਉਦੋਂ ਹੀ ਹੁੰਦਾ ਜਦੋਂ ਕੋਈ ਮੈਨੇਜਮੈਂਟ ਦੇ ਵਿੱਚ ਚੇਂਜ ਆਇਆ ਹੋਵੇ। ਨੈਕਸਟ ਹੈਗਾ ਮੈਨੇਜਮੈਂਟ ਬਾਏ ਆਊਟ। ਤਾਂ ਮੈਨੇਜਮੈਂਟ ਬਾਏ ਆਊਟ ਦਾ ਮਤਲਬ ਹੈ ਕਿ ਜਦੋਂ ਕੰਪਨੀ ਦੀ ਮੈਨੇਜਮੈਂਟ ਕੰਪਨੀ ਦੇ ਓਨਰਸ ਤੋਂ ਕੰਪਨੀ ਨੂੰ ਖਰੀਦ ਲੈਂਦੀ ਹੈ, ਤਾਂ ਕੰਪਨੀ ਨੂੰ ਖਰੀਦਣ ਦੇ ਲਈ ਉਹਨਾਂ ਨੂੰ ਘੱਟ ਪੈਸੇ ਪੇ ਕਰਨੇ ਪੈਣ, ਤਾਂ ਕਰਕੇ ਉਹ ਬਾਏ ਆਊਟ ਕਰਨ ਤੋਂ ਪਹਿਲਾਂ ਕੰਪਨੀ ਦੀਆਂ ਅਰਨਿੰਗਸ ਆ ਜਿਹੜੀਆਂ ਉਹਨਾਂ ਨੂੰ ਘਟਾ ਦਿੰਦੀ ਹੈ, ਤਾਂ ਕਿ ਜਦੋਂ ਅਰਨਿੰਗਸ ਕੰਪਨੀ ਦੀਆਂ ਘੱਟ ਜਾਣੀਆਂ ਤਾਂ ਫਿਰ ਕੰਪਨੀ ਦੀ ਜਿਹੜੀ ਵੈਲਿਊ ਆ ਉਹ ਘੱਟ ਜੂਗੀ, ਅਤੇ ਇਸ ਕੇਸ ਦੇ ਵਿੱਚ ਜਿਹੜੀ ਹੈਗੀ ਮੈਨੇਜਮੈਂਟ ਨੂੰ ਕੰਪਨੀ ਨੂੰ ਖਰੀਦਣ ਟਾਈਮ ਹੈ ਜਿਹੜਾ ਘੱਟ ਪੇਮੈਂਟ ਕਰਨੀ ਪਊਗੀ। ਤਾਂ ਇਸ ਤਰੀਕੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਇਹ ਜਿਹੜੇ ਹੈਗੇ ਮੇਜਰ ਰੀਜ਼ਨਸ ਨੇ ਜਿਨ੍ਹਾਂ ਕਰਕੇ ਕੰਪਨੀ ਹੈ ਜਿਹੜੀ ਉਹ ਕ੍ਰੀਏਟਿਵ ਅਕਾਊਂਟਿੰਗ ਹੈ ਜਿਹੜੀ ਯੂਜ਼ ਕਰਦੀ ਆ। ਮੈਥਡਸ ਐਂਡ ਟੈਕਨੀਕਸ ਆਫ ਕ੍ਰੀਏਟਿਵ ਅਕਾਊਂਟਿੰਗ। ਤਾਂ ਜਿਹੜਾ ਵੀ ਕੋਈ ਇਨਵੈਸਟਰ ਹੁੰਦਾ ਹੈਗਾ ਤਾਂ ਉਹ ਇਨਵੈਸਟਮੈਂਟ ਕਰਨ ਦੇ ਲਈ ਕਿਸੇ ਵੀ ਕੰਪਨੀ ਦੀ ਦੋ ਰੇਸ਼ੋਜ਼ ਨੂੰ ਦੇਖਦਾ ਹੁੰਦਾ। ਪਹਿਲੀ ਹੁੰਦੀ ਆ ਅਰਨਿੰਗ ਪਰ ਸ਼ੇਅਰ, ਅਤੇ ਸੈਕਿੰਡ ਹੁੰਦੀ ਆ ਡੈਟ ਇਕੁਇਟੀ ਰੇਸ਼ੋ। ਤਾਂ ਅਰਨਿੰਗ ਪਰ ਸ਼ੇਅਰ ਤੋਂ ਇਹ ਆਪਾਂ ਨੂੰ ਇਹ ਪਤਾ ਲੱਗਦਾ ਹੁੰਦਾ ਹੈਗਾ ਕਿ ਕਿੰਨਾ ਜਿਹੜਾ ਹੈਗਾ ਪ੍ਰੋਫਿਟ ਆਪਾਂ ਨੂੰ ਆਊਟਸਟੈਂਡਿੰਗ ਸ਼ੇਅਰ ਅਤੇ ਸ਼ੇਅਰ ਹੋਲਡਰ ਨੂੰ ਅਵੇਲੇਬਲ ਹੈ। ਤਾਂ ਇਸ ਚੀਜ਼ ਨੂੰ ਜਿਹੜਾ ਹੈਗਾ ਚੈੱਕ ਕੀਤਾ ਜਾਂਦਾ ਇਨਵੈਸਟਮੈਂਟ ਕਰਨ ਤੋਂ ਪਹਿਲਾਂ, ਤਾਂ ਕਿ ਇਹ ਪਤਾ ਚੱਲ ਸਕੇ ਕਿ ਜਿਹੜੇ ਸ਼ੇਅਰ ਹੋਲਡਰ ਨੇ ਉਹਨਾਂ ਨੂੰ ਪਰ ਸ਼ੇਅਰ 'ਤੇ ਜਿਹੜੀ ਹੈਗੀ ਹੈ ਕਿੰਨੀ ਅਰਨਿੰਗ ਮਿਲੂਗੀ। ਤਾਂ ਜਿਹੜੀ ਇਹਦੀ ਰੇਸ਼ੋ ਹੁੰਦੀ ਹੈਗੀ ਉਹ ਹੁੰਦੀ ਹੈ ਅਰਨਿੰਗ ਪਰ ਸ਼ੇਅਰ is equal to net income available for common shareholders divided by total number of outstanding equity shares, ਜਿਹਦੇ ਨਾਲ ਪਤਾ ਲੱਗ ਜਾਂਦਾ ਕਿ ਇੱਕ ਇਕੁਇਟੀ ਸ਼ੇਅਰ 'ਤੇ ਜਿਹੜਾ ਹੈਗਾ ਕਿੰਨੀ ਅਰਨਿੰਗ ਹੋਊਗੀ। ਤਾਂ ਕੰਪਨੀ ਕੀ ਕਰਦੀ ਹੈਗੀ, ਇਹਦੇ 'ਚੋਂ ਜਿਹੜੀ ਟੋਟਲ ਅਰਨਿੰਗਸ ਹੁੰਦੀ ਆ ਉਹਨਾਂ ਨੂੰ ਮੈਨੂਪਲੇਟ ਕਰ ਦਿੰਦੀ ਹੈ, ਯਾਨੀ ਕਿ ਜਿਹੜੀ ਕੰਪਨੀ ਦੀਆਂ ਅਰਨਿੰਗਸ ਹੁੰਦੀਆਂ ਜਾਂ ਪ੍ਰੋਫਿਟਸ ਹੁੰਦੇ ਆ ਉਹਨਾਂ ਨੂੰ ਮੈਨੂਪਲੇਟ ਕਰਕੇ ਇਨਕਰੀਜ਼ ਕਰ ਦਿੰਦੀ ਹੈ, ਤਾਂ ਕਿ ਜਿਹੜੀ ਹੈਗੀ ਅਰਨਿੰਗ ਪਰ ਸ਼ੇਅਰ ਹੈ ਜਿਹੜੀ ਉਹ ਇਨਕਰੀਜ਼ ਹੋ ਸਕੇ। ਤਾਂ ਜਦੋਂ ਇਨਵੈਸਟਰ ਹੈ ਜਿਹੜਾ ਉਹ ਇਨਵੈਸਟਮੈਂਟ ਕਰਨ ਦੇ ਲਈ ਐਨਾਲਿਸਿਸ ਕਰੂਗਾ EPS ਨੂੰ, ਤੁਹਾਨੂੰ ਉਹਨੂੰ ਇਹ ਪਤਾ ਲੱਗੂਗਾ ਕਿ ਇਸ ਕੰਪਨੀ ਦੇ ਵਿੱਚ ਅਰਨਿੰਗ ਪਰ ਸ਼ੇਅਰ ਹੈ ਜਿਹੜੀ ਉਹ ਜ਼ਿਆਦਾ ਹੈਗੀ। ਤਾਂ ਇਸ ਨੂੰ ਧਿਆਨ 'ਚ ਰੱਖਦੇ ਹੋਏ ਉਹ ਉਹਦੇ 'ਚ ਇਨਵੈਸਟਮੈਂਟ ਕਰੂਗਾ। ਹਾਲਾਂਕਿ ਜਿਹੜੀ ਉਹ EPS ਜਿਹੜੀ ਹਾਈ ਸ਼ੋਅ ਕੀਤੀ ਗਈ ਹੈ ਉਹ ਕਿਵੇਂ ਕੀਤੀ ਗਈ ਹੈ, ਉਹ ਕੀਤੀ ਗਈ ਹੈਗੀ ਅਰਨਿੰਗਸ ਨੂੰ ਮੈਨੂਪਲੇਟ ਕਰਕੇ, ਅਰਨਿੰਗਸ ਨੂੰ ਇਨਕਰੀਜ਼ ਕਰਕੇ। ਅਤੇ ਸੈਕਿੰਡ ਚੀਜ਼ ਹੈ ਜਿਹੜੀ ਇਨਵੈਸਟਮੈਂਟ ਕਰਨ ਟਾਈਮ ਇਨਵੈਸਟਰ ਦੇਖਦਾ ਉਹ ਹੁੰਦੀ ਹੈ ਆਪਣੀ ਡੈਟ ਇਕੁਇਟੀ ਰੇਸ਼ੋ, ਜਿਹਦੇ ਨਾਲ ਇਹ ਪਤਾ ਲੱਗਦਾ ਹੁੰਦਾ ਕਿ ਕੰਪਨੀ ਹੈ ਜਿਹੜੀ ਉਹਦਾ ਫਾਈਨੈਂਸ਼ੀਅਲ ਲੀਵਰੇਜ ਕਿਵੇਂ ਦਾ, ਯਾਨੀ ਕਿ ਜਿਹੜੀ ਉਹ ਕੰਪਨੀ ਆ ਉਹ ਡੈਟ ਕਿੰਨਾ ਯੂਜ਼ ਕਰ ਰਹੀ ਹੈ। ਤਾਂ ਇਹਦੀ ਵੀ ਰੇਸ਼ੋ ਹੁੰਦੀ ਹੈ ਕਿ ਜਿਹੜੀ ਡੈਟ ਇਕੁਇਟੀ ਰੇਸ਼ੋ ਇਜ਼ ਇਕੁਅਲ ਟੂ ਟੋਟਲ ਲਾਇਬਿਲਿਟੀ ਡਿਵਾਈਡ ਬਾਈ ਸ਼ੇਅਰ ਹੋਲਡਰਸ ਇਕੁਇਟੀ। ਤਾਂ ਜਦੋਂ ਕੋਈ ਇਨਵੈਸਟਰ ਇਨਵੈਸਟਮੈਂਟ ਕਰੂਗਾ ਤਾਂ ਦੇਖੂਗਾ ਕਿ ਕੰਪਨੀ ਦਾ ਜਿਹੜਾ ਫਾਈਨੈਂਸ਼ੀਅਲ ਲੀਵਰੇਜ ਆ ਉਹ ਕਿੰਨਾ, ਯਾਨੀ ਕਿ ਡੈਟ ਕਿੰਨਾ ਯੂਜ਼ ਕੀਤਾ ਹੋਇਆ ਹੈ। ਤਾਂ ਇਸ ਕੇਸ ਦੇ ਵਿੱਚ ਜਿਹੜੀ ਹੈਗੀ ਕੰਪਨੀ ਮੈਨੂਪਲੇਟ ਕਰ ਦਿੰਦੀ ਹੈ, ਜਾਂ ਤਾਂ ਜਿਹੜਾ ਹੈਗਾ ਪ੍ਰੋਫਿਟਸ ਨੂੰ ਵਧਾ ਦਿੰਦੀ ਹੈ, ਯਾਨੀ ਕਿ ਇਹਦੇ ਨਾਲ ਇਹ ਸ਼ੋਅ ਹੋ ਜਾਂਦਾ ਕਿ ਜਿਹੜੀ ਕੰਪਨੀ ਦਾ ਡੈਟ ਹੈ ਜਿਹੜਾ ਘੱਟ ਹੈ, ਇਹਦੇ ਕੰਪੈਰੀਜ਼ਨ ਜਿਹੜਾ ਹੈਗਾ ਗਾ ਇਹਦਾ ਪ੍ਰੋਫਿਟ ਹੈ ਜਿਹੜਾ ਉਹ ਜ਼ਿਆਦਾ ਹੈਗਾ। ਜਾਂ ਫਿਰ ਕੀ ਕਰਦੀ ਹੈਗੀ ਜਿਹੜਾ ਡੈਟ ਹੁੰਦਾ ਉਹਨੂੰ ਹਾਈਡ ਕਰ ਦਿੰਦੀ ਹੈ, ਜਿਵੇਂ ਆਪਾਂ ਕਹਿੰਦੇ ਹਾਂ ਆਫ ਬੈਲੈਂਸ ਸ਼ੀਟ ਜਿਹੜੇ ਫਾਈਨੈਂਸਿੰਗ ਡਿਵਾਈਸਿਸ ਨੇ ਉਹਨਾਂ ਨੂੰ ਯੂਜ਼ ਕਰਕੇ, ਯਾਨੀ ਕਿ ਬੈਲੈਂਸ ਸ਼ੀਟ ਦੇ ਵਿੱਚ ਜਿਹੜਾ ਹੈਗਾ ਡੈਟ ਨੂੰ ਨਹੀਂ ਸ਼ੋਅ ਕੀਤਾ ਜਾਂਦਾ, ਤਾਂ ਕਿ ਜਿਹੜਾ ਹੈਗਾ ਇਸ ਕੰਪਨੀ ਦਾ ਡੈਟ ਘੱਟ ਸ਼ੋਅ ਹੋ ਸਕੇ। ਤਾਂ ਇਸ ਤਰੀਕੇ ਨਾਲ ਦੋ ਵੇ ਦੇ ਨਾਲ ਕੀ ਕਰਦੀ ਹੈਗੀ ਕੰਪਨੀ ਹੈ ਜਿਹੜੀ ਉਹ ਇਨਵੈਸਟਰਸ ਨੂੰ ਕੀ ਕਰਦੀ ਹੈ, ਮਿਸਲੀਡ ਕਰਦੀ ਹੈ। ਜਾਂ ਤਾਂ ਉਹ ਆਪਦੀ EPS ਹੈ ਜਿਹੜੀ ਹੈਗੀ ਆ ਇਨਕਰੀਜ਼ ਕਰ ਦਿੰਦੀ ਹੈ ਆਪਦੀਆਂ ਅਰਨਿੰਗਸ ਨੂੰ ਇਨਕਰੀਜ਼ ਕਰਕੇ, ਅਤੇ ਜਾਂ ਫਿਰ ਹੈਗੀ ਜਿਹੜੀ ਆਪਦਾ ਜਿਹੜਾ ਡੈਟ ਆ ਉਹ ਘਟਾ ਦਿੰਦੀ ਹੈ, ਜਾਂ ਤਾਂ ਪ੍ਰੋਫਿਟਸ ਨੂੰ ਇਨਕਰੀਜ਼ ਕਰਕੇ, ਅਤੇ ਜਾਂ ਫਿਰ ਜਿਹੜੀਆਂ ਹੈਗੀਆਂ ਡੈਟ ਦੀਆਂ ਆਈਟਮਸ ਨੂੰ ਹਾਈਡ ਕਰਕੇ। ਅਤੇ ਅਦਰ ਮੈਥਡਸ ਆਫ ਕ੍ਰੀਏਟਿਵ ਅਕਾਊਂਟਿੰਗ। ਪਿਛਲੇ ਦੋ ਮੈਥਡਸ ਦੇ ਨਾਲ ਕੁਛ ਹੋਰ ਮੈਥਡ ਵੀ ਕੰਪਨੀ ਹੈ ਜਿਹੜੀ ਯੂਜ਼ ਕਰਦੀ ਹੈ ਕ੍ਰੀਏਟਿਵ ਅਕਾਊਂਟਿੰਗ ਦੇ ਵਿੱਚ। ਫਸਟ ਹੈਗਾ ਹਾਇਰ ਪ੍ਰੋਫਿਟਸ। ਤਾਂ ਕੰਪਨੀ ਆਪਣੇ ਪ੍ਰੋਫਿਟਸ ਆ ਜਿਹੜੇ ਉਹ ਹਾਇਰ ਸ਼ੋਅ ਕਰਦੀ ਹੈ। ਕਿਵੇਂ ਕਰਦੀ ਹੈ? ਫਸਟ ਹੈਗਾ ਬਾਈ ਓਵਰ ਵੈਲਿਊਇੰਗ ਇਟਸ ਕਲੋਜਿੰਗ ਸਟਾਕ, ਯਾਨੀ ਕਿ ਕਲੋਜਿੰਗ ਸਟਾਕ ਦੀ ਵੈਲਿਊ ਐਕਚੁਅਲ ਦੇ ਵਿੱਚ ਉਨੀ ਨਹੀਂ ਹੁੰਦੀ ਜਿੰਨੀ ਕਿ ਬੁੱਕਸ ਦੇ ਵਿੱਚ ਸ਼ੋਅ ਕਰ ਦਿੱਤੀ ਜਾਂਦੀ ਆ ਆਪਦੇ ਪ੍ਰੋਫਿਟਸ ਨੂੰ ਵਧਾਉਣ ਦੇ ਲਈ। ਸੈਕਿੰਡ ਹੈਗਾ ਬਾਈ ਇਗਨੋਰਿੰਗ ਸਮ ਪ੍ਰੋਵੀਜ਼ਨਸ। ਜਦੋਂ ਆਪਾਂ ਅਕਾਊਂਟਿੰਗ ਕਰਦੇ ਹਾਂ ਤਾਂ ਕੁਛ ਕੁ ਆਈਟਮਸ ਦੇ ਲਈ ਆਪਾਂ ਨੂੰ ਪ੍ਰੋਵੀਜ਼ਨਸ ਬਣਾਉਣੀਆਂ ਪੈਂਦੀਆਂ, ਜਿਵੇਂ ਆਪਾਂ ਜਦੋਂ ਡੈਟਰ ਰਿਕਾਰਡ ਕਰਦੇ ਹਾਂ ਤਾਂ ਉਹਦੇ ਲਈ ਬੈਡ ਡੈਟਸ ਦੀ ਜਿਹੜੀ ਪ੍ਰੋਵੀਜ਼ਨ ਉਹਨਾਂ 'ਚੋਂ ਮਾਈਨਸ ਕਰਨੀ ਪੈਂਦੀ ਹੈ। ਤਾਂ ਕੰਪਨੀ ਕੀ ਕਰਦੀ ਹੈਗੀ ਐਵੇਂ ਦੀਆਂ ਪ੍ਰੋਵੀਜ਼ਨਸ ਹੀ ਬਣਾਉਂਦੀ ਨਹੀਂ ਹੈਗੀ, ਯਾਨੀ ਐਵੇਂ ਦੀਆਂ ਪ੍ਰੋਵੀਜ਼ਨਸ ਨੂੰ ਇਗਨੋਰ ਕਰ ਦਿੰਦੀ ਹੈ, ਕਿਉਂਕਿ ਜੇਕਰ ਉਹ ਪ੍ਰੋਵੀਜ਼ਨ ਬਣਾਊਗੀ ਤਾਂ ਇਹਦੇ ਨਾਲ ਉਹਦਾ ਪ੍ਰੋਫਿਟ ਘੱਟ ਜਾਊਗਾ। ਤਾਂ ਇਸ ਤਰੀਕੇ ਨਾਲ ਸੈਕਿੰਡ ਮੈਥਡ ਜਿਹੜਾ ਹੈਗਾ ਆਪਦੇ ਪ੍ਰੋਫਿਟਸ ਨੂੰ ਹਾਈ ਸ਼ੋਅ ਕਰਨ ਦੇ ਲਈ ਉਹ ਪ੍ਰੋਵੀਜ਼ਨਸ ਨਹੀਂ ਬਣਾਉਂਦੀ।
ਥਰਡ ਹੈਗਾ ਗਾ ਕਿ ਜੋ ਆਪਣੇ ਡੈਬਿਟ ਅਤੇ ਕ੍ਰੈਡਿਟ ਦੇ ਰੂਲਸ ਨੇ ਉਹਨਾਂ ਦੇ ਨਾਲ ਕੀ ਕੀਤਾ ਜਾਂਦਾ, ਉਹਨਾਂ ਦਾ ਮੈਨੂਪੂਲੇਸ਼ਨ ਕੀਤਾ ਜਾਂਦਾ। ਕਿਵੇਂ ਕੀਤਾ ਜਾਂਦਾ ਕਿ ਕੁਛ ਕੁ ਆਈਟਮਸ ਹੁੰਦੀਆਂ ਜਿਨ੍ਹਾਂ ਦਾ ਬੈਲੈਂਸ ਹਮੇਸ਼ਾ ਡੈਬਿਟ ਹੁੰਦਾ ਅਤੇ ਕੁਛ ਕੁ ਆਈਟਮਸ ਦਾ ਜਿਹੜਾ ਬੈਲੈਂਸ ਹੁੰਦਾ ਉਹ ਕ੍ਰੈਡਿਟ ਹੁੰਦਾ। ਜਿਵੇਂ ਫੋਰ ਐਗਜ਼ਾਮਪਲ ਜਦੋਂ ਵੀ ਕੋਈ ਐਸਿਡ ਦੇ ਵਿੱਚ ਵਾਧਾ ਹੋਇਆ ਹੋਵੇ ਤਾਂ ਐਸਿਡ ਦਾ ਬੈਲੈਂਸ ਕੀ ਹੁੰਦਾ, ਡੈਬਿਟ ਹੁੰਦਾ। ਅਤੇ ਜਦੋਂ ਕੋਈ ਖਰਚਾ ਕੀਤਾ ਹੋਵੇ ਆਪਾਂ ਉਹ ਵੀ ਕੀ ਹੁੰਦਾ, ਡੈਬਿਟ ਹੁੰਦਾ। ਇਹਦੇ ਉਲਟ ਜੇਕਰ ਕੋਈ ਰੈਵਨਿਊ ਜਨਰੇਟ ਹੋਈ ਹੈ ਤਾਂ ਉਹ ਵੀ ਕ੍ਰੈਡਿਟ ਹੁੰਦੀ ਹੈ, ਅਤੇ ਜੇ ਕੋਈ ਲਾਇਬਿਲਿਟੀ ਜਿਹੜੀ ਹੈਗੀ ਕ੍ਰੀਏਟ ਹੋਈ ਹੋਵੇ ਉਹ ਵੀ ਕ੍ਰੈਡਿਟ ਹੁੰਦੀ ਹੈ। ਤਾਂ ਇਹਨਾਂ ਚਾਰੋਂ ਆਈਟਮ ਨੂੰ ਕੀ ਕਰ ਦਿੱਤਾ ਜਾਂਦਾ ਗਾ, ਮੈਨੂਪਲੇਟ ਕਰ ਦਿੱਤਾ ਜਾਂਦਾ। ਜਿਵੇਂ ਫੋਰ ਐਗਜ਼ਾਮਪਲ ਕੀ ਹੈਗਾ ਕਿ ਜੇਕਰ ਕੋਈ ਐਕਸਪੈਂਸ ਹੋਇਆ ਹੋਵੇ ਕੰਪਨੀ ਦਾ ਤਾਂ ਐਕਸਪੈਂਸ ਵੀ ਡੈਬਿਟ ਹੁੰਦਾ ਹੈਗਾ, ਤਾਂ ਉਸ ਐਕਸਪੈਂਸ ਨੂੰ ਕੀ ਕੀਤਾ ਜਾਂਦਾ, ਐਜ਼ ਅ ਐਸਿਡ ਸ਼ੋਅ ਕਰ ਦਿੱਤਾ ਜਾਂਦਾ ਤਾਂ ਕਿ ਇਹਦੇ ਨਾਲ ਬੁੱਕ ਪ੍ਰੋਫਿਟ ਹੈ ਜਿਹੜਾ ਉਹ ਨਾ ਘਟੇ। ਤਾਂ ਜਾਂ ਇਹਦੇ ਉਲਟ ਕੀ ਕਰ ਦਿੱਤਾ ਜਾਂਦਾ ਕਿ ਜੇ ਐਸਿਡ ਜਿਹੜੀ ਪਰਚੇਜ਼ ਕੀਤੀ ਹੈ ਕੋਈ ਅਤੇ ਐਸਿਡ ਨੂੰ ਐਜ਼ ਅ ਐਕਸਪੈਂਸ ਦਿਖਾ ਦਿੱਤਾ ਜਾਂਦਾ ਤਾਂ ਕਿ ਇਹਦੇ ਨਾਲ ਬੁੱਕ ਪ੍ਰੋਫਿਟ ਹੈ ਜਿਹੜਾ ਘੱਟ ਜਾਵੇ। ਸੇਮ ਐਜ਼ ਜੇਕਰ ਕੋਈ ਰੈਵਨਿਊ ਜਨਰੇਟ ਹੋਈ ਹੋਵੇ ਤਾਂ ਰੈਵਨਿਊ ਨੂੰ ਐਜ਼ ਅ ਲਾਇਬਿਲਿਟੀ ਰਿਕਾਰਡ ਕਰ ਲਿਆ ਜਾਂਦਾ ਤਾਂ ਕਿ ਬੁੱਕ ਪ੍ਰੋਫਿਟ ਹੈ ਜਿਹੜਾ ਉਹ ਜ਼ਿਆਦਾ ਨਾ ਸ਼ੋ ਹੋਵੇ। ਅਤੇ ਇਹਦੇ ਉਲਟ ਜੇਕਰ ਕੋਈ ਲਾਇਬਿਲਿਟੀ ਜਿਹੜੀ ਹੈਗੀ ਕ੍ਰੀਏਟ ਹੋਈ ਹੋਵੇ ਉਹਨੂੰ ਐਜ਼ ਅ ਰੈਵਨਿਊ ਦਿਖਾ ਦਿੱਤਾ ਜਾਂਦਾ ਤਾਂ ਕਿ ਬੁੱਕ ਪ੍ਰੋਫਿਟ ਹੈ ਜਿਹੜਾ ਜ਼ਿਆਦਾ ਸ਼ੋ ਕੀਤਾ ਜਾ ਸਕੇ। ਤਾਂ ਇਸ ਤਰੀਕੇ ਨਾਲ ਜਿਹੜੇ ਡੈਬਿਟ ਅਤੇ ਕ੍ਰੈਡਿਟ ਦੇ ਰੂਲਸ ਨੇ ਉਹਨਾਂ ਨਾਲ ਵੀ ਜਿਹੜੀ ਹੈਗੀ ਛੇੜਖਾਨੀ ਕਰਕੇ ਕ੍ਰੀਏਟਿਵ ਅਕਾਊਂਟਿੰਗ ਕੀਤੀ ਜਾਂਦੀ ਹੈ। ਸੈਕਿੰਡ ਹੈਗਾ ਗਾ ਰਿਟਨ ਆਫ ਸਮ ਐਕਸਪੈਂਸਿਸ, ਕਿ ਜਿਹੜੇ ਐਕਸਪੈਂਸਿਸ ਹੁੰਦੇ ਆ ਉਹਨਾਂ ਦਾ ਰਿਟਨ ਆਫ ਜਦੋਂ ਕੀਤਾ ਜਾਂਦਾ ਤਾਂ ਉਹਦੇ ਵਿੱਚ ਮੈਨੂਪੂਲੇਸ਼ਨ ਕਰ ਦਿੱਤੀ ਜਾਂਦੀ ਹੈ। ਜਿਵੇਂ ਡੈਪਰੀਸੀਏਸ਼ਨ ਹੁੰਦਾ ਕੰਪਨੀ ਦਾ, ਤਾਂ ਡੈਪਰੀਸੀਏਸ਼ਨ ਹੈ ਜਿਹੜਾ ਉਹਦੇ ਲਈ ਆਪਾਂ ਜਿਹੜੀ ਐਸਿਡ ਹੁੰਦੀ ਆ ਉਹਦੀ ਐਸਟੀਮੇਟਡ ਵੈਲਿਊ ਹੈ ਜਿਹੜੀ ਉਹਨੂੰ ਆਪਾਂ ਦੇਖਦੇ ਹਾਂ ਅਤੇ ਉਹਦੇ ਅਕੋਰਡਿੰਗ ਡੈਪਰੀਸੀਏਸ਼ਨ ਚਾਰਜ ਕਰਦੇ ਹਾਂ। ਜਿਵੇਂ ਫੋਰ ਐਗਜ਼ਾਮਪਲ ਕੋਈ ਵੀ ਫਿਕਸਡ ਐਸਿਡ ਜਿਹੜੀ ਪਰਚੇਜ਼ ਕੀਤੀ ਫਿਰ ਆਪਾਂ ਉਹਦਾ ਜਿਹੜਾ ਹੈਗਾ ਹਿਸਾਬ ਲਾਉਂਦੇ ਹਾਂ ਕਿ ਇਹ ਜਿਹੜਾ ਇਹਦੀ ਆਪਾਂ ਕਹਿ ਸਕਦੇ ਹਾਂ ਕਿ ਟਾਈਮ ਪੀਰੀਅਡ ਹੈ, ਮੰਨ ਕੇ ਚਲੋ ਕੀ ਹੈ 10 ਈਅਰਸ ਹੈ, ਤਾਂ ਫਿਰ ਆਪਾਂ ਡੈਪਰੀਸੀਏਸ਼ਨ ਨੂੰ ਜਿਹੜਾ ਹੈਗਾ 10 ਈਅਰਸ ਦੇ ਲਈ ਚਾਰਜ ਕਰਦੇ ਹਾਂ। ਤਾਂ ਕੰਪਨੀ ਕੀ ਕਰਦੀ ਹੈ, ਮੈਨੂਪੂਲੇਸ਼ਨ ਕਰਨ ਦੇ ਲਈ ਉਹਦਾ ਟਾਈਮ ਪੀਰੀਅਡ ਹੈ ਜਿਹੜਾ ਜਾਣ ਕੇ ਵਧਾ ਦਿੰਦੀ ਹੈ ਤਾਂ ਕਿ ਜਿਹੜਾ ਹੈਗਾ ਡੈਪਰੀਸੀਏਸ਼ਨ ਹੈ 10 ਤੋਂ ਜ਼ਿਆਦਾ ਸਾਲਾਂ ਦੇ ਲਈ ਵੀ ਕੰਪਨੀ ਚਾਰਜ ਕਰਕੇ ਆਪਦੇ ਪ੍ਰੋਫਿਟਸ ਹੈ ਜਿਹੜੇ ਉਹ ਘਟਾ ਸਕੇ। ਤਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਜੋ ਵੀ ਐਸਟੀਮੇਸ਼ਨ ਦੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਜਿਹਦੇ ਵਿੱਚ ਰਿਟਨ ਆਫ ਕੀਤਾ ਜਾਂਦਾ ਐਕਸਪੈਂਡੀਚਰ ਦਾ, ਤਾਂ ਉਹ ਜਿਹੜਾ ਹੈਗਾ ਰਿਟਨ ਆਫ ਦੀ ਟਾਈਮ ਪੀਰੀਅਡ ਨੂੰ ਜਿਹੜਾ ਹੈਗਾ ਵਧਾ ਦਿੱਤਾ ਜਾਂਦਾ ਤਾਂ ਕਿ ਲੰਮੇ ਟਾਈਮ ਤੱਕ ਜਿਹੜਾ ਉਹਨਾਂ ਨੂੰ ਯੂਜ਼ ਕਰਕੇ ਅਕਾਊਂਟਸ ਨੂੰ ਮੈਨੂਪਲੇਟ ਕੀਤਾ ਜਾ ਸਕੇ। ਸੇਮ ਐਜ਼ ਜਿਵੇਂ ਕੁਛ ਹੋਰ ਵੀ ਆਪਣੇ ਹੁੰਦੇ ਨੇ ਜਿਵੇਂ ਐਡਵਰਟਾਈਜ਼ਮੈਂਟ ਦੇ ਐਕਸਪੈਂਸਿਸ ਹੋ ਗਏ, ਤਾਂ ਉਹਨਾਂ ਨੂੰ ਵੀ ਜਿਹੜਾ ਹੈਗਾ ਥੋੜ੍ਹਾ ਲਮਕਾ ਲਿਆ ਜਾਂਦਾ ਗਾ ਤਾਂ ਕਿ ਆਪਣੇ ਜਿਹੜੇ ਹੈਗੇ ਆ ਪ੍ਰੋਫਿਟਸ ਲੰਮੇ ਸਮੇਂ ਤੱਕ ਘਟਾ ਸਕੇ। ਤਾਂ ਹੋਰ ਵੀ ਕਾਫੀ ਸਾਰੀਆਂ ਆਈਟਮਸ ਹੁੰਦੀਆਂ ਜਿਨ੍ਹਾਂ ਨੂੰ ਕੀ ਹੈ ਓਵਰ ਦੀ ਟਾਈਮ ਹੈ ਜਿਹੜਾ ਆਪਾਂ ਰਿਟਨ ਆਫ ਕਰਦੇ ਹੁੰਦੇ ਹਾਂ, ਤਾਂ ਉਹ ਜਿਹੜਾ ਟਾਈਮ ਹੁੰਦਾ ਉਹ ਡਿਪੈਂਡ ਹੁੰਦਾ ਟੋਟਲੀ ਮੈਨੇਜਮੈਂਟ 'ਤੇ ਕਿ ਉਹਨੇ ਕਿੰਨਾ ਜਿਹੜਾ ਹੈਗਾ ਐਸਟੀਮੇਟ ਕਰਨਾ ਹੈ। ਤਾਂ ਇਹਦੇ ਵਿੱਚ ਵੀ ਐਸਟੀਮੇਟ ਕਰਨ ਟਾਈਮ ਜਿਹੜਾ ਹੈਗਾ ਗਾ ਹੇਰਾਫੇਰੀ ਕਰ ਦਿੱਤੀ ਜਾਂਦੀ ਹੈ ਤਾਂ ਕਿ ਮੈਨੂਪੂਲੇਸ਼ਨ ਹੋ ਸਕੇ। ਅੱਗੇ ਹੈਗਾ ਗਾ ਸੇਲਸ ਐਂਡ ਲੀਜ਼ ਬੈਕ, ਤਾਂ ਕੰਪਨੀ ਕੀ ਕਰਦੀ ਹੈਗੀ ਮੈਨੂਪੂਲੇਸ਼ਨ ਕਰਨ ਦੇ ਲਈ ਕੋਈ ਵੀ ਆਪਦੀ ਪਰਟੀਕੂਲਰ ਐਸਿਡ ਹੁੰਦੀ ਹੈ ਜਿਹੜੀ ਉਹਨੂੰ ਪਹਿਲਾਂ ਸੇਲ ਕਰ ਦਿੰਦੀ ਹੈ ਅਤੇ ਫਿਰ ਉਹਨੂੰ ਜਿਹੜਾ ਹੈਗਾ ਲੀਜ਼ 'ਤੇ ਲੈ ਲੈਂਦੀ ਹੈ ਤਾਂ ਕਿ ਜਿਹੜੇ ਉਹਦੇ ਲੀਜ਼ ਰੈਂਟਲਸ ਹੋਣਗੇ ਉਹਨਾਂ ਨੂੰ ਐਜ਼ ਆ ਐਕਸਪੈਂਡੀਚਰ ਹੈ ਜਿਹੜਾ ਇਨਕਮ ਐਂਡ ਪ੍ਰੋਫਿਟ ਐਂਡ ਲਾਸ ਦੇ ਵਿੱਚ ਜਿਹੜਾ ਹੈਗਾ ਐਜ਼ ਆ ਐਕਸਪੈਂਡੀਚਰ ਸ਼ੋਅ ਕਰ ਸਕੇ। ਤਾਂ ਜਾਣੀ ਕਿ ਇਹ ਵਾਲੀ ਜਿਹੜੀ ਹੈਗੀ ਕੰਸੈਪਟ ਉਹਨੂੰ ਵੀ ਕੰਪਨੀ ਮੈਨੂਪੂਲੇਸ਼ਨ ਦੇ ਲਈ ਅਡੋਪਟ ਕਰਦੀ ਹੈ ਕਿ ਆਪਦੀ ਕਿਸੇ ਐਸਿਡ ਨੂੰ ਪਹਿਲਾਂ ਸੇਲ ਕਰ ਦਿੰਦੀ ਹੈ ਅਤੇ ਫਿਰ ਉਹਨੂੰ ਲੀਜ਼ 'ਤੇ ਲੈ ਲੈਂਦੀ ਹੈ ਤਾਂ ਕਿ ਲੀਜ਼ ਰੈਂਟਲ ਨੂੰ ਐਜ਼ ਆ ਐਕਸਪੈਂਡੀਚਰ ਸ਼ੋਅ ਕਰ ਸਕੇ ਆਪਦੇ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ। ਫੋਰਥ ਹੈਗਾ ਰਿਪੋਰਟਿੰਗ ਟਾਈਮ ਮੈਨੂਪੂਲੇਸ਼ਨ ਆਫ ਟ੍ਰਾਂਜੈਕਸ਼ਨ, ਤਾਂ ਕੁਛ ਕੁ ਜਿਹੜੀਆਂ ਆਈਟਮਸ ਹੁੰਦੀਆਂ ਉਹਨਾਂ ਦੀ ਜਿਹੜੀ ਰਿਪੋਰਟਿੰਗ ਕਰਨ ਦੀ ਟਾਈਮ ਹੁੰਦਾ ਉਹਦੇ ਵਿੱਚ ਉਹ ਕੀ ਕਰ ਦਿੰਦੀ ਹੈ ਮੈਨੂਪਲੇਟ ਕਰ ਦਿੰਦੀ। ਜਿਵੇਂ ਫੋਰ ਐਗਜ਼ਾਮਪਲ ਕੋਈ ਵੀ ਇਨਵੈਸਟਮੈਂਟ ਹੈ ਜਿਹੜੀ ਉਹਨੇ ਸੇਲ ਕੀਤੀ ਆ, ਤਾਂ ਸੇਲ ਉਹਨੇ ਜਿਹੜੀ ਹੈਗੀ ਆ ਹੁਣ ਇਸ ਟਾਈਮ ਕੀਤੀ ਆ ਬਟ ਉਹਦਾ ਜਿਹੜਾ ਹੈਗਾ ਉਹਦੇ ਰਿਗਾਰਡਿੰਗ ਕੁਛ ਵੀ ਜਿਹੜਾ ਡਿਸਕਲੋਜ਼ ਨਹੀਂ ਕਰਦੀ, ਜਾਣੀ ਕਿ ਉਹਨੂੰ ਕੀ ਹੈ ਰਿਪੋਰਟ ਨਹੀਂ ਕਰਦੀ। ਤਾਂ ਇਸ ਤਰੀਕੇ ਨਾਲ ਵੀ ਜਿਹੜਾ ਮੈਨੂਪੂਲੇਸ਼ਨ ਹੋ ਜਾਂਦਾ ਕਿ ਜੇ ਕੋਈ ਆਈਟਮ ਹੈ ਜਿਹੜੀ ਉਹਨੇ ਸੇਲ ਕੀਤੀ ਹੈ ਜਾਂ ਆਈਟਮ 'ਤੇ ਜਿਹੜਾ ਪ੍ਰੋਫਿਟ ਵਗੈਰਾ ਹੋਇਆ ਉਸ ਨੂੰ ਜਿਹੜਾ ਹੈਗਾ ਰਿਪੋਰਟ ਹੀ ਨਹੀਂ ਕੀਤਾ ਜਾਂਦਾ। ਨੈਕਸਟ ਫਿਫਥ ਪੁਆਇੰਟ ਹੈਗਾ ਗਾ ਟਰਾਂਸਫਰ ਪ੍ਰਾਈਜ਼ਿੰਗ ਇਨ MNC, ਤਾਂ ਮਲਟੀਨੈਸ਼ਨਲ ਕੰਪਨੀਜ਼ ਕੀ ਕਰਦੀਆਂ ਨੇ ਕਿ ਜਿਹੜੀ ਕੰਟਰੀ ਦੇ ਵਿੱਚ ਜਾਂ ਜਿਹੜੇ ਏਰੀਆ ਦੇ ਵਿੱਚ ਟੈਕਸ ਜਿਹੜਾ ਉਹਨਾਂ ਨੂੰ ਹਾਈ ਪੇ ਕਰਨਾ ਪੈ ਰਿਹਾ ਹੋਵੇ ਉੱਥੇ ਉਹ ਆਪਦਾ ਟਰਾਂਸਫਰ ਪ੍ਰਾਈਜ਼ ਹੈ ਜਿਹੜਾ ਉਹ ਹਾਈ ਰੱਖ ਲੈਂਦੀਆਂ। ਇਹਦੇ ਉਲਟ ਜਿਹੜਾ ਹੈਗਾ ਜਿੱਥੇ ਉਹਨਾਂ ਨੂੰ ਘੱਟ ਟੈਕਸ ਪੇ ਕਰਨਾ ਪੈਂਦਾ ਉੱਥੇ ਉਹ ਆਪਦਾ ਟਰਾਂਸਫਰ ਪ੍ਰਾਈਜ਼ ਹੈ ਜਿਹੜਾ ਘਟਾ ਲੈਂਦੀਆਂ। ਤਾਂ ਇਸ ਤਰੀਕੇ ਨਾਲ MNC ਵੀ ਜਿਹੜੀਆਂ ਹੈਗੀਆਂ ਉਹ ਆਪਣੀ ਕ੍ਰੀਏਟਿਵ ਅਕਾਊਂਟਿੰਗ ਦਾ ਯੂਜ਼ ਕਰਦੀਆਂ ਨੇ ਟੈਕਸ ਦੇ ਬੈਨੀਫਿਟਸ ਲੈਣ ਦੇ ਲਈ। ਆਪਣਾ ਨੈਕਸਟ ਟੌਪਿਕ ਹੈਗਾ ਰੋਲ ਆਫ ਰੈਗੂਲੇਟਰੀ ਬਾਡੀਜ਼। ਰੈਗੂਲੇਟਰੀ ਬਾਡੀਜ਼ ਦਾ ਮੇਨ ਓਬਜੈਕਟਿਵ ਕੀ ਹੁੰਦਾ ਹੈ, ਇਹਨਾਂ ਦਾ ਓਬਜੈਕਟਿਵ ਹੁੰਦਾ ਟੂ ਪ੍ਰੋਟੈਕਟ ਦੀ ਇੰਟਰਸਟ ਆਫ ਇਨਵੈਸਟਰਸ, ਯਾਨੀ ਕਿ ਇਨਵੈਸਟਰਸ ਨੂੰ ਸੇਫਟੀ ਪ੍ਰੋਵਾਈਡ ਕੀਤੀ ਜਾ ਸਕੇ। ਤਾਂ ਜਿਹੜੀਆਂ ਰੈਗੂਲੇਟਰੀ ਬਾਡੀਜ਼ ਹੁੰਦੀਆਂ ਹੈ ਇਹਨਾਂ ਦੀ ਪ੍ਰਾਇਮਰੀ ਰਿਸਪੋਂਸੀਬਿਲਿਟੀ ਕੀ ਹੁੰਦੀ ਹੈ, ਸੈੱਟ ਅਪ ਦੀ ਸਿਸਟਮ ਫੋਰ ਫਾਈਨੈਂਸ਼ੀਅਲ ਰਿਪੋਰਟਿੰਗ, ਯਾਨੀ ਕਿ ਜੋ ਵੀ ਫਾਈਨੈਂਸ਼ੀਅਲ ਰਿਪੋਰਟਿੰਗ ਕਰਦੀਆਂ ਨੇ ਕੰਪਨੀਜ਼
ਤਾਂ ਉਹਨਾਂ ਦੇ ਲਈ ਜਿਹੜਾ ਹੈਗਾ ਸਿਸਟਮ ਹੈ ਜਿਹੜਾ ਉਹਨੂੰ ਕੀ ਕਰਨਾ, ਸੈੱਟ ਕਰਨਾ, ਇਸਟੈਬਲਿਸ਼ ਕਰਨਾ, ਤਾਂ ਕਿ ਜਿਹੜੀ ਫਾਈਨੈਂਸ਼ੀਅਲ ਇਨਫੋਰਮੇਸ਼ਨ ਹੈ ਕੰਪਨੀ ਦੇ ਅਫੇਅਰਸ ਨਾਲ ਰਿਲੇਟਡ ਉਹ ਜਿਹੜੀ ਹੈਗੀ ਟਰੂ ਅਤੇ ਫੇਅਰ ਵਿਊ ਹੈ ਜਿਹੜਾ ਪ੍ਰਜੈਂਟ ਕਰੇ। ਜਾਨੀ ਕਿ ਓਵਰਆਲ ਜਿਹੜੀ ਰਿਸਪੋਂਸੀਬਿਲਟੀ ਰੈਗੂਲੇਟਰੀ ਬੋਡੀਜ਼ ਦੀ ਕੀ ਹੈ ਕਿ ਐਵੇਂ ਦਾ ਫਾਈਨੈਂਸ਼ੀਅਲ ਰਿਪੋਰਟਿੰਗ ਸਿਸਟਮ ਹੈ ਜਿਹੜਾ ਇਸਟੈਬਲਿਸ਼ ਕਰਨਾ ਹੈ, ਜਿਹਦੇ ਨਾਲ ਕੰਪਨੀਜ਼ ਆਪਦੇ ਅਫੇਅਰ ਦੀ ਜਿਹੜੀ ਹੈਗੀ ਹੈ ਟਰੂ ਅਤੇ ਫੇਅਰ ਪਿਕਚਰ ਹੈ ਜਿਹੜੀ ਉਹ ਡਿਸਕਲੋਜ਼ ਕਰਨ। ਤਾਂ ਕਿਹੜੇ ਸਟੈਪਸ ਜਿਹੜੇ ਹੈਗੇ ਆ ਇਹਨਾਂ ਰੈਗੂਲੇਟਰੀ ਬੋਡੀਜ਼ ਨੂੰ ਲੈਣੇ ਚਾਹੀਦੇ ਨੇ ਕਾਹਦੇ ਨਾਲ ਰਿਗਾਰਡਿੰਗ ਦੀ ਸਿਸਟਮ ਆਫ ਫਾਈਨੈਂਸ਼ੀਅਲ ਰਿਪੋਰਟਿੰਗ। ਫਸਟ ਹੈਗਾ ਡਿਫਾਈਨ ਕਲੀਅਰਲੀ ਦੀ ਐਲੀਮੈਂਟ ਆਫ ਫਾਈਨੈਂਸ਼ੀਅਲ ਸਟੇਟਮੈਂਟਸ। ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਕਿਹੜੇ ਐਲੀਮੈਂਟਸ ਯੂਜ਼ ਹੁੰਦੇ ਨੇ ਉਹਨਾਂ ਨੂੰ ਕੀ ਕਰਨਾ, ਕਲੀਅਰਲੀ ਡਿਫਾਈਨ ਕਰ ਦੇਣਾ ਚਾਹੀਦਾ ਪਹਿਲਾਂ ਤੋਂ ਹੀ, ਤਾਂ ਕਿ ਉਹਨਾਂ ਦਾ ਕੀ ਹੈ ਮਿਸਯੂਜ਼ ਨਾ ਕੀਤਾ ਜਾ ਸਕੇ। ਪਹਿਲਾਂ ਤੋਂ ਹੀ ਦੱਸ ਦੇਣਾ ਚਾਹੀਦਾ ਕਿ ਆਹ ਵਾਲੀ ਜਿਹੜੀ ਐਕਟੀਵਿਟੀ ਹੈ ਇਹਨੂੰ ਤੁਸੀਂ ਓਪਰੇਟਿੰਗ ਐਕਟੀਵਿਟੀਜ਼ ਦੇ ਵਿੱਚ ਪਾਉਣਾ, ਆਹ ਵਾਲੀ ਆਈਟਮ ਨੂੰ ਤੁਸੀਂ ਜਿਹੜਾ ਫਾਈਨੈਂਸਿੰਗ ਐਕਟੀਵਿਟੀ ਦੇ ਵਿੱਚ ਪਾਉਣਾ, ਅਤੇ ਆਹ ਵਾਲੀ ਆਈਟਮ ਨੂੰ ਤੁਸੀਂ ਹੈਗਾ ਜਿਹੜਾ ਇਨਵੈਸਟਿੰਗ ਐਕਟੀਵਿਟੀਜ਼ ਦੇ ਵਿੱਚ ਪਾਉਣਾ। ਜਾਣੀ ਕਿ ਜੋ ਵੀ ਆਪਣਾ ਹੈਗਾ ਐਲੀਮੈਂਟਸ ਫਾਈਨੈਂਸ਼ੀਅਲ ਸਟੇਟਮੈਂਟ ਦੇ ਉਹਨਾਂ ਨੂੰ ਪਹਿਲਾਂ ਤੋਂ ਹੀ ਜਿਹੜਾ ਡਿਫਾਈਨ ਕਰ ਦੇਣਾ ਚਾਹੀਦਾ ਹੈ। ਸੈਕਿੰਡ ਹੈਗਾ ਮਸਟ ਇਮਰਜ ਵਿਦ ਕੰਸੈਪਟ ਆਫ ਅਕਾਊਂਟਿੰਗ ਦੈਟ ਹੈਵ ਲੀਸਟ ਸਕੋਪ ਆਫ ਦੀ ਰਿਸਕ ਆਫ ਮੈਨੂਪਲੇਸ਼ਨ। ਜਾਣੀ ਕਿ ਐਵੇਂ ਦੀਆਂ ਅਕਾਊਂਟਿੰਗ ਜਿਹੜੀਆਂ ਕੰਸੈਪਟਸ ਨੇ ਉਹਨਾਂ ਨਾਲ ਇਮਰਜ ਕਰਨਾ ਚਾਹੀਦਾ, ਉਹਨਾਂ ਨੂੰ ਅਡੋਪਟ ਕਰਨਾ ਚਾਹੀਦਾ ਜਿੱਥੇ ਕੀ ਹੈਗਾ ਮੈਨੂਪਲੇਸ਼ਨ ਦਾ ਸਕੋਪ ਜਾਂ ਤਾਂ ਬਿਲਕੁਲ ਵੀ ਨਾ ਹੋਵੇ ਜਾਂ ਕੀ ਹੋਵੇ ਮਿਨੀਮਮ ਹੋਵੇ। ਤਾਂ ਐਵੇਂ ਦੀਆਂ ਅਕਾਊਂਟਿੰਗ ਕੰਸੈਪਟ ਜਦੋਂ ਐਪਲੀਕੇਬਲ ਹੋਣਗੀਆਂ ਤਾਂ ਕੰਪਨੀਜ਼ ਦੇ ਦੁਆਰਾ ਮੈਨੂਪਲੇਸ਼ਨ ਕਰਨ ਦੇ ਚਾਂਸਿਸ ਨੇ ਘੱਟ ਜਾਣਗੇ। ਥਰਡ ਹੈਗਾ ਗਾ ਦੇਅਰ ਇਜ਼ ਗ੍ਰੇਟ ਨੀਡ ਆਫ ਫਰੇਮਿੰਗ ਦੀ ਸਿੰਗਲ ਅਕਾਊਂਟਿੰਗ ਮੈਥਡ। ਤਾਂ ਹਰ ਇੱਕ ਚੀਜ਼ ਦੇ ਲਈ ਕੀ ਹੋਣੇ ਚਾਹੀਦੇ ਨੇ, ਸਿੰਗਲ ਅਕਾਊਂਟਿੰਗ ਮੈਥਡ ਜਿਹੜੇ ਅਡੋਪਟ ਕਰਨ ਦੇ ਲਈ ਫਰੇਮ ਜਿਹੜਾ ਹੈਗਾ ਬਣਾਇਆ ਜਾਣਾ ਚਾਹੀਦਾ ਹੈ। ਜਿਵੇਂ ਆਪਾਂ ਦੇਖਦੇ ਹੈਗੇ ਕਿ ਇਨਵੈਂਟਰੀ ਦੇ ਲਈ ਡਿਫਰੈਂਟ ਮੈਥਡਸ ਨੇ, ਡੈਪਰੀਸੀਏਸ਼ਨ ਦੇ ਲਈ ਡਿਫਰੈਂਟ ਮੈਥਡਸ ਨੇ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਕਿ ਸਿੰਗਲ ਮੈਥਡ ਜਿਹੜਾ ਜਿੱਥੋਂ ਤੱਕ ਪੋਸੀਬਲ ਹੋ ਸਕੇ ਉੱਥੋਂ ਤੱਕ ਜਿਹੜਾ ਹੈਗਾ ਸਿੰਗਲ ਅਕਾਊਂਟਿੰਗ ਮੈਥਡ ਹੈ ਜਿਹੜਾ ਉਹ ਅਡੋਪਟ ਕਰਨਾ ਚਾਹੀਦਾ ਹੈਗਾ। ਫੋਰਥ ਦੇ ਵਿੱਚ ਹੈਗਾ ਗਾ ਰਿਪੋਰਟਿੰਗ ਮਸਟ ਮੇਡ ਸਿੰਗਲ ਸਟੈਂਡਰਡ ਮੈਥਡ ਆਫ ਰਿਪੋਰਟਿੰਗ। ਤਾਂ ਰਿਪੋਰਟਿੰਗ ਕਰਨ ਦਾ ਵੀ ਜਿਹੜਾ ਹੈਗਾ ਇੱਕ ਸਿੰਗਲ ਸਟੈਂਡਰਡ ਮੈਥਡ ਹੋਣਾ ਚਾਹੀਦਾ ਹੈ, ਤਾਂ ਕਿ ਰਿਪੋਰਟਿੰਗ ਕਰਨ ਟਾਈਮ ਵੀ ਜਿਹੜੀ ਸਬਜੈਕਟਿਵਿਟੀ ਦਾ ਸਕੋਪ ਨਾ ਰਵੇ। ਤਾਂ ਇਸ ਕਰਕੇ ਜਿਹੜਾ ਹੈਗਾ ਉੱਪਰ ਆਪਾਂ ਥਰਡ ਦੇ ਵਿੱਚ ਦੇਖਿਆ ਕਿ ਸਿੰਗਲ ਅਕਾਊਂਟਿੰਗ ਮੈਥਡ ਦੇ ਨਾਲ ਇਮਰਜ ਕਰਨਾ ਚਾਹੀਦਾ ਜਿੱਥੋਂ ਤੱਕ ਪੋਸੀਬਲ ਹੋਵੇ। ਫੋਰਥ ਦੇ ਵਿੱਚ ਹੈਗਾ ਗਾ ਕਿ ਜਿਹੜਾ ਰਿਪੋਰਟਿੰਗ ਦੇ ਮੈਥਡਸ ਨੇ ਉਹਨਾਂ ਦੇ ਲਈ ਵੀ ਸਿੰਗਲ ਜਿਹੜਾ ਸਟੈਂਡਰਡ ਮੈਥਡ ਹੋਣਾ ਚਾਹੀਦਾ, ਤਾਂ ਕਿ ਰਿਪੋਰਟਿੰਗ ਕਰਨ ਟਾਈਮ ਵੀ ਸਬਜੈਕਟਿਵਿਟੀ ਜਿਹੜੀ ਨਾ ਰਵੇ। ਫਿਫਥ ਦੇ ਵਿੱਚ ਹੈਗਾ ਦੀ ਫਰੇਮਵਰਕ ਆਫ IFRS ਮਸਟ ਹੈਵ ਕਲੀਅਰ ਇੰਸਟਰਕਸ਼ਨ ਫੋਰ ਦੀ ਪ੍ਰੋਫੈਸ਼ਨਲਜ਼। ਤਾਂ ਜਿਹੜਾ ਵੀ ਆਪਣਾ IFRS ਦੇ ਜਿਹੜੇ ਫਰੇਮਵਰਕ ਹੈਗੇ ਨੇ ਤਾਂ ਉਹਦੇ ਵਿੱਚ ਵੀ ਜਿਹੜੇ ਪ੍ਰੋਫੈਸ਼ਨਲ ਜੋ ਅਕਾਊਂਟਸ ਵਗੈਰਾ ਬਣਾਉਂਦੇ ਨੇ ਉਹਨਾਂ ਦੇ ਲਈ ਕਲੀਅਰ ਇੰਸਟਰਕਸ਼ਨਸ ਹੋਣੀਆਂ ਚਾਹੀਦੀਆਂ। ਉਹਨਾਂ ਨੂੰ ਦੱਸਿਆ ਹੋਣਾ ਚਾਹੀਦਾ ਕਿ ਤੁਸੀਂ ਆਹ ਵਾਲੀ ਜਿਹੜੀਆਂ ਇੰਸਟਰਕਸ਼ਨਸ ਦੇ ਨਾਲ ਕੰਪਲਾਈ ਕਰਨਾ ਹੈ, ਅਤੇ ਨਾਲ ਇਹ ਵੀ ਦੱਸਿਆ ਹੋਣਾ ਚਾਹੀਦਾ ਕਿ ਜੇਕਰ ਕੋਈ ਵੀ ਪ੍ਰੋਫੈਸ਼ਨਲ ਜਾਂ ਕੋਈ ਵੀ ਪਰਸਨ ਜੇਕਰ ਇਹਨਾਂ ਇੰਸਟਰਕਸ਼ਨ ਦੇ ਨਾਲ ਕੰਪਲਾਈ ਨਹੀਂ ਕਰਦਾ ਤਾਂ ਉਹਨਾਂ ਨੂੰ ਕੀ ਹੈ ਪੈਨੈਲਟੀ ਪਊਗੀ। ਯਾਨੀ ਕਿ ਪੈਨੈਲਟੀਜ਼ ਦੀ ਪ੍ਰੋਵੀਜ਼ਨ ਵੀ ਜਿਹੜੀ ਹੋਣੀ ਚਾਹੀਦੀ ਹੈ, ਤਾਂ ਕਿ ਲੋਕ ਜਿਹੜੇ ਹੈਗੇ ਨੇ ਜੋ ਪਰਸਨਸ ਨੇ ਕੰਪਨੀਜ਼ ਨੇ ਉਹ ਇਹਨਾਂ ਸਟੈਂਡਰਡਸ ਦੇ ਨਾਲ ਇਹਨਾਂ ਇੰਸਟਰਕਸ਼ਨ ਦੇ ਨਾਲ ਜਿਹੜਾ ਕੰਪਲਾਈ ਕਰਨ। ਤਾਂ ਇਸ ਤਰੀਕੇ ਨਾਲ ਜਿਹੜਾ ਰੈਗੂਲੇਟਰੀ ਬਾਡੀਜ਼ ਦਾ ਰੋਲ ਆਪਾਂ ਦੇਖਦੇ ਹਾਂ ਕਿ ਮੇਨ ਇਹੀ ਚੀਜ਼ ਹੈਗੀ ਆ ਕਿ ਉਹਨਾਂ ਨੂੰ ਐਵੇਂ ਦੇ ਸਟੈਪ ਲੈਣੇ ਚਾਹੀਦੇ ਨੇ, ਐਵੇਂ ਦੇ ਮੈਥਡ ਅਡੋਪਟ ਕਰਨੇ ਚਾਹੀਦੇ ਨੇ ਜਿਹਦੇ ਨਾਲ ਜਿਹੜਾ ਆਪਣੀ ਸਬਜੈਕਟਿਵਿਟੀ ਜਾਂ ਮੈਨੂਪਲੇਸ਼ਨ ਦਾ ਸਕੋਪ ਹੈ ਜਿਹੜਾ ਜਾਂ ਤਾਂ ਬਿਲਕੁਲ ਐਲੀਮੀਨੇਟ ਕੀਤਾ ਜਾ ਸਕੇ ਅਤੇ ਜਾਂ ਹੈਗਾ ਜਿਹੜਾ ਮਿਨੀਮਮ ਕੀਤਾ ਜਾ ਸਕੇ। ਤਾਂ ਇਸ ਤਰੀਕੇ ਨਾਲ ਆਪਾਂ ਸਾਰਾ ਦੇਖਿਆ ਕਿ ਕ੍ਰੀਏਟਿਵ ਅਕਾਊਂਟਿੰਗ ਕੀ ਹੁੰਦੀ ਹੈ, ਤਾਂ ਉਹ ਕ੍ਰੀਏਟਿਵ ਅਕਾਊਂਟਿੰਗ ਕਰਨ ਦੇ ਰੀਜ਼ਨ ਕੀ ਨੇ, ਅਤੇ ਉਹ ਜਦੋਂ ਜਿਹੜੀ ਅਡੋਪਟ ਕੀਤੀ ਜਾਂਦੀ ਹੈ ਤਾਂ ਕਿਹੜੇ ਮੈਥਡਸ ਨਾਲ ਅਡੋਪਟ ਕੀਤੀ ਜਾਂਦੀ ਹੈ, ਅਤੇ ਐਟ ਲਾਸਟ ਜਿਹੜੇ ਹੈਗੇ ਆ ਉਹਨੂੰ ਰੋਕਣ ਦੇ ਲਈ ਉਹਨੂੰ ਮਿਨੀਮਾਈਜ਼ ਕਰਨ ਦੇ ਲਈ ਜਿਹੜੀਆਂ ਰੈਗੂਲੇਟਰੀ ਬਾਡੀਜ਼ ਨੇ ਉਹਨਾਂ ਦਾ ਕੀ ਰੋਲ ਹੈ। ਠੀਕ ਹੈ ਜੀ, ਥੈਂਕ ਯੂ।